पंजाबी देख रहे सारे दर्शकों का स्वागत है। मैं हाँ हरप्रीत कौर ते असीं हर वार की तरह इस बार भी अपना विषा लैके आए हैं ते हर वार की तरह मेरे नाल हाजिर ने लहल साहब जी। सत श्री अकाल लहल साहब जी। सत श्री अकाल हरप्रीत जी। कैसे हो सर? बहुत वधिया, तुसीं सुणाओ जी। अजकल पंजाबी छड्ड के हिंदी चलती जा रही है। नहीं, साडा पहली तो गल है जी, पंजाबी के सारे दर्शकों नूं साडे वल्लों दोवां वल्लों जिहड़ी सत श्री अकाल बुलाई गई है जी। सत श्री अकाल असीं तां ही कहने आ क्योंकि साडा विरसा साडे सिख सिद्धांत नाल जुड़िया होया। सो ये जिहड़ा हिंदी वाला तबका है, असीं हिंदी नूं कोई माड़ा नहीं समझदे जी। हिंदी साडे राष्ट्री भाषा है, पर पंजाबी साडी माँ बोली है। बिल्कुल। पंजाबी साडी जिहड़ी जन्म सिद्ध जदों सानूं ही जम्मे तो साडी उन्होंने गुड़ती च जिहड़ी है साडी माँ दी जिहड़ी जो माँ बोलदी सी, माँ सिखाउंदी सी, वो साडी माँ बोली है। माँ बोली तां ही कहने ना असीं कि जिहड़ी सब तो पहला शब्द जिहड़े असीं बोलने सिੱਖੇ वो साडी माँ ने सानूं ਉਹ ਜਿਹੜੇ ਸਾਡੇ ਨਾਲ ਤੋਤਲੀਆਂ ਗੱਲਾਂ ਕੀਤੀਆਂ, ਸਾਡੇ ਨਾਲ ਗੱਲਾਂ ਕਰਦੀ ਰਹੀ। ਜਿਹੜੀ ਭਾਸ਼ਾ 'ਚ ਸਾਡੀ ਮਾਂ ਗੱਲ ਕਰਦੀ ਰਹੀ ਹੈ ਉਹ ਸਾਡੀ ਜਿਹੜੀ ਆ ਉਹ ਮਾਂ ਬੋਲੀ ਖਵਾਈ ਤੇ ਉਸੇ ਬੋਲੀ ਕਿ ਸਾਨੂੰ ਲਿਖਣਾ ਪੜ੍ਹਨਾ ਉਹ ਸਿਖਾਇਆ ਗਿਆ। ਸੋ ਸਾਡੀ ਜਿਹੜੀ ਬੋਲੀ ਹੈ ਉਹ ਪੰਜਾਬੀ ਹੈ ਤੇ ਪੰਜਾਬੀ ਹੋਣ ਦੇ ਉੱਤੇ ਸਾਨੂੰ ਬਹੁਤ ਵੱਡਾ ਮਾਣ ਹੈ। ਬਹੁਤ ਵੱਡਾ ਮਾਣ ਹੈ। ਬਿਲਕੁਲ। ਸੋ ਚਾਹੇ ਸਾਡੇ ਪੰਜਾਬ ਦੇ ਖਿੱਤੇ 'ਚੋਂ ਕੋਈ ਵੀ ਬੰਦਾ, ਚਾਹੇ ਉਹ हिंदुस्तान के अंदर ही ਵੱਖ-ਵੱਖ सूबियां के शहरों च वसे ने ਜਾਂ दुनिया पद्धर के उत्ते ਵੱਖ-ਵੱਖ देशों जाके वसे ने, उन्हें अपने पंजाबी सुभाਅ ਨੂੰ खत्म नहीं किया जी। पर लहल साहब जी इदा है कि अजकल अपने पंजाब ਦੇ ਵਿੱਚ ਤੇ ਹੋਰ ਵੱਖ-ਵੱਖ ਥਾਵਾਂ ਤੇ अपनी पंजाबी बोली ਨੂੰ बहुत घट किया जा रहा है। ਇਹ ਪੰਜਾਬੀ बोली ਨੂੰ खत्म करने वास्ते ਤੇ ਸਾਡੀਆਂ ਜਿਹੜੀਆਂ ਸਰਕਾਰਾਂ ਨੇ उन्होंने बहुत वड्डे वार किए ने। बिल्कुल। असी किसी के विरोधी नहीं है कि असी किसी हिंदी दे जां अंग्रेजी दे, असी बार बार ये कहते रहे हैं भी दूजियां दियां मावां नूं मां बाद च बनाओ कोई गल दुख नहीं, पर अपनी मां नूं ना भुल्लो। बिल्कुल। देश दियां विदेश दियां 7000 बोलियां ने जिहड़ियां बोलियां जांदियां हैगियां। असी कहने भी 7000 बोलियां दा ज्ञान तुहानूं होना चाहिए। बिल्कुल। पर उहदे च जिहड़ी पंजाबी है वो पंजाबी नूं ना भुल्लिया जावे जी। बाकी सारियां भाषावां नालों पंजाबी दा स्थान जिहड़ा बहुत वधिया कि 12वां के 15वां स्थान है बिल्कुल दुनिया पद्धर दे उत्ते। सो सानू पंजाबी जिहड़ी आ बोलनी, पंजाबी लिखनी अपने बच्चों नूं, क्योंकि विदेशों जिहड़े बंदे गए ने, क्योंकि उत्थे हर एक नूं पता भी असीं उत्थों अंग्रेजी तो बिना जां उन्हां दी जिहड़ी उत्थों दी राष्ट्री भाषा है जिवें कहण ला उत्थे फ्रेंच है ਜਾਂ ਹੋਰ ਦੇਸ਼ਾਂ ਦੀਆਂ ਅਲੱਗ-ਅਲੱਗ ਭਾਸ਼ਾਵਾਂ ਨੇ ਉਹ ਵੀ ਬੋਲਣੀਆਂ ਸਿੱਖੋ, ਕਿਉਂਕਿ ਤੁਹਾਡਾ ਗੁਜ਼ਾਰਾ ਹੀ ਉੱਥੇ ਤਾਂ ਹੋਣਾ। ਪਰ ਆਪਣੀ ਮਾਂ ਬੋਲੀ ਨੂੰ ਨਾ ਭੁੱਲੋ, ਕਿਉਂਕਿ ਮਾਂ ਬੋਲੀ ਦੇ ਵਿੱਚ ਬੋਲਿਆ, ਮਾਂ ਬੋਲੀ 'ਚ ਲਿਖਿਆ ਤੁਹਾਨੂੰ ਹਰ ਥਾਂ ਦੇ ਉੱਤੇ ਤੁਹਾਨੂੰ ਕਾਮਯਾਬੀ ਬਖਸ਼ੇਗਾ। ਜਦੋਂ ਵੀ ਤੁਸੀਂ ਕੁਝ ਸਿੱਖਦੇ ਹੋ ਜਾਂ ਹਾਇਰ ਸਟੱਡੀ ਲੈਂਦੇ ਹੋ ਜਾਂ ਕਾਮਯਾਬੀ ਤੁਹਾਨੂੰ ਜਿਹੜੀ ਆ ਉਹ ਮਿਲਦੀ ਹੈ ਤੇ ਉਹ ਤੁਹਾਡੀ ਆਪਣੀ ਜ਼ੁਬਾਨ 'ਚ ਆਪਣੀ ਭਾਸ਼ਾ ਦੇ ਵਿੱਚ ਹੀ ਇਹ ਤੁਹਾਨੂੰ ਜਿਹੜੀ ਆ ਉਹ ਨਸੀਬ ਹੁੰਦੀ ਹੈ। ਇਹ ਵੱਖਰੀ ਗੱਲ ਹੈ ਵੀ ਜਿਹੜੀਆਂ ਸਰਕਾਰਾਂ ਨੇ ਉਹ ਪੰਜਾਬੀ ਨੂੰ ਅੱਜ ਡਾਊਨ ਕਰਨ ਵਾਸਤੇ ਬੁਰੀ ਤਰ੍ਹਾਂ ਉਹਨਾਂ ਦੇ ਮਗਰ ਪਈਆਂ ਹੋਈਆਂ ਨੇ। ਬਿਲਕੁਲ। ਲਹਿਲ ਸਾਹਿਬ ਜੀ ਅੱਜਕੱਲ ਕੀ ਚੱਲ ਰਿਹਾ ਆਪਣੇ ਪੰਜਾਬ ਦੇ ਵਿੱਚ ਵੀ ਸਕੂਲਾਂ ਦੇ ਵਿੱਚ ਹਿੰਦੀ ਪੜ੍ਹਾਈ ਜਾਂਦੀ ਹੈ ਤੇ ਹਿੰਦੀ ਦੇ ਵਿੱਚ ਬੋਲ ਕਿਹਾ ਜਾਂਦਾ ਵੀ ਹਿੰਦੀ 'ਚ ਹੀ ਗੱਲ ਕਰਨੀ ਹੈ, ਪੰਜਾਬੀ ਕਿਸੇ ਨੇ ਨਹੀਂ ਬੋਲਣੀ। ਕਿਉਂਕਿ ਇਹ ਹਰਪ੍ਰੀਤ ਤੁਹਾਨੂੰ ਖੁਦ ਪਤਾ ਹੈ, ਆਪਾਂ ਜਾਣਦੇ ਹਾਂ ਵੀ ਪੰਜਾਬੀ ਦੀ ਜਿਹੜੀ ਬੋਲੀ ਨੂੰ ਜਾਂ ਭਾਸ਼ਾ ਨੂੰ ਖਤਮ ਕਰਨ ਵਾਸਤੇ ਸਾਡੇ ਆਪਣੇ ਹੀ ਦੁਸ਼ਮਣ ਬਣੇ ਪਏ, ਆਪਣੇ ਹੀ ਦੁਸ਼ਮਣ ਬਣੇ ਨੇ। ਬਿਲਕੁਲ। ਜਦੋਂ ਕਿ ਦੂਜਿਆਂ ਸੂਬਿਆਂ 'ਚ ਕੈਨੇਡਾ ਚਲ ਜਾਈਏ ਉਹ 'ਚ ਵੀ ਸੈਕੰਡ ਜਿਹੜੀ ਲੈਂਗੁਏਜ ਆ ਉਹ ਪੰਜਾਬੀ ਗਿਣੀ ਗਈ ਆ, ਆਸਟ੍ਰੇਲੀਆ 'ਚ ਵੀ ਗਿਣੀ ਗਈ ਆ, ਦੂਜੇ ਸਾਡੇ ਆਪਣੇ ਸੂਬਿਆਂ 'ਚ ਦੂਜੀ ਜਿਹੜੀ ਭਾਸ਼ਾ ਪੰਜਾਬੀ ਜਿਹੜੀ ਆ ਉਹ ਗਿਣੀ ਗਈ ਆ। ਪਰ ਸਾਡੇ ਜਿਹੜੇ ਆਪਣੇ ਪੰਜਾਬ ਦੇ ਲੋਕ ਨੇ, ਪੰਜਾਬ ਦੀ ਜਿਹੜੀ ਸਾਡੀ ਸਰਕਾਰਾਂ ਨੇ ਉਹ ਵੀ ਪੰਜਾਬੀ ਦਾ ਬਹੁਤਾ ਕੋਈ ਮਤਲਬ ਇਹਨੂੰ ਸੰਭਾਲਣ ਲਈ ਜਾਂ ਇਹਨੂੰ ਇਹਦੇ ਵਿਕਾਸ ਲਈ ਨਾਅਰੇਬਾਜ਼ੀ ਤੇ ਬਹੁਤ ਕਰਦੇ ਨੇ, ਬਹੁਤ ਕੁਝ ਕਹਿੰਦੇ ਨੇ, ਪਰ ਕਰਦੇ ਕੁਝ ਨਹੀਂ। ਵੇਖਣ 'ਚ ਆਇਆ ਆਮ ਤੌਰ ਤੇ ਜਦੋਂ ਵੀ ਤੁਸੀਂ ਹੁਣੇ ਹੀ ਇਲੈਕਸ਼ਨ ਹੋਈ ਦੀ ਪੱਛਮੀ ਬੰਗਾਲ ਦੀ, ਤੇ ਜਦੋਂ ਪੱਛਮੀ ਬੰਗਾਲ ਦੀ ਮਮਤਾ ਬੈਨਰਜੀ ਨੇ ਇੱਕ ਮੁੱਖ ਮੰਤਰੀ ਦੇ ਤੌਰ ਤੇ ਸਹੁੰ ਖਾਧੀ ਤਾਂ ਉੱਥੇ ਉਹ ਆਪਣੀ ਭਾਸ਼ਾ ਬੰਗਾਲੀ 'ਚ ਜਿਹੜੀ ਬੰਗਲਾ ਉੱਥੇ ਬੋਲੀ ਜਾਂਦੀ ਆ ਉਹਦੇ 'ਚ ਉਹਨੇ ਸਹੁੰ ਵੀ ਖਾਧੀ ਤੇ ਲੋਕਾਂ ਨੂੰ ਜਦੋਂ ਸੰਬੋਧਨ ਕਰਨ ਜਾਂਦੀ ਰਹੀ ਹੈ ਤੇ ਆਪਣੀ ਭਾਸ਼ਾ 'ਚ ਬੰਗਾਲੀ 'ਚ ਬੰਗਲਾ ਬੋਲ ਕੇ ਹੀ ਉਹ ਤੇ ਲੋਕਾਂ ਕੋਲ ਜਾਂਦੀ ਰਹੀ ਆ। ਪਰ ਦੁਖਾਂਤ ਇਸ ਗੱਲ ਦਾ ਵੀ ਸਾਡੀ ਪੰਜਾਬੀ ਬੋਲੀ ਇੰਨੀ ਮਿੱਠੀ ਹੈ, ਸਾਡੇ ਜਿਹੜੇ ਵਿਧਾਇਕ ਨੇ ਜਾਂ ਸਾਡੇ ਜਿਹੜੇ ਸਰਕਾਰੀ ਅਦਾਰੇ ਨੇ ਉਹ ਪੰਜਾਬੀ ਬੋਲਣ 'ਚ ਆਪਣੀ ਸ਼ਰਮ ਮਹਿਸੂਸ ਕਰਦੇ ਨੇ। ਜਦੋਂ ਵਿਧਾਨ ਸਭਾ
ਜਾਂ ਕਿਤੇ ਹੋਰ ਅਦਾਰਿਆਂ 'ਚ ਜਦੋਂ ਤੁਸੀਂ ਐਮਐਲਏ ਬਣਦੇ ਹੋ, ਮੰਤਰੀ ਬਣਦੇ ਹੋ, ਕੁਝ ਕਰਦੇ ਹੋ ਤੇ ਸਹੁੰ ਖਾਂਦੇ ਆ ਤੇ ਸਾਡਾ ਆਪਣਾ ਹੀ ਪ੍ਰਧਾਨ ਜਿਹੜਾ ਮੁੱਖ ਮੰਤਰੀ ਹੈ ਉਹ ਅੰਗਰੇਜ਼ੀ 'ਚ ਜਿਹੜਾ ਉਹ ਸਹੁੰ ਖਾਂਦਾ, ਅੰਗਰੇਜ਼ੀ ਬੋਲਦੇ ਨੇ। ਮੈਂ ਇੱਕ ਵਾਰੀ ਮੈਨੂੰ ਯਾਦ ਆ ਗੱਲ, ਆਪਾਂ ਗੱਲ ਕਰਦੇ ਆ, ਮੈਨੂੰ ਯਾਦ ਹੈ ਇੱਕ ਵਾਰ ਦੀ ਕੀ ਗੱਲ ਹੋਈ ਇੱਥੇ 40 ਹਸਪਤਾਲ ਮੋਹਾਲੀ ਦੇ ਅੰਦਰ ਇਹਦਾ ਉਦਘਾਟਨ ਹੋਣਾ ਸੀ। ਜਦੋਂ ਉਦਘਾਟਨ ਹੋਣਾ ਸੀ ਤੇ ਜਿਹੜੇ ਇੱਥੋਂ ਦੇ ਪ੍ਰਬੰਧਕ ਸੀ, ਇਹਨਾਂ ਪ੍ਰਬੰਧਕਾਂ ਨੇ ਉਸ ਵੇਲੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੀ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਇੱਥੇ ਇਨਵਾਈਟ ਕੀਤਾ। ਇਹਦੇ ਨਾਲ ਜਿਹੜਾ ਕੈਪਟਨ ਕਮਲਜੀਤ ਸੀਗਾ ਉਹ ਸਾਡਾ ਵਿੱਤ ਮੰਤਰੀ ਸੀ। ਇਹ ਦੋਨੇ ਜਿਹੜੇ ਬੰਦੇ ਨੇ ਉੱਥੇ ਇਨਵਾਈਟਡ ਸੀ ਉਸ ਨੈਗੋਸ਼ੀਏਸ਼ਨ 'ਚ ਜਦੋਂ ਓਪਨ ਕਰਨੀ ਸੀ ਇਹਦੀ 40 ਹਸਪਤਾਲ ਦੀ। ਮੈਨੂੰ ਅੱਜ ਵੀ ਯਾਦ ਹੈ, ਮੈਂ ਉਸ ਵੇਲੇ ਨਵਾਂ ਇੱਥੇ ਐਜ ਏ ਜੇਈ ਜੁਆਇਨ ਕੀਤਾ ਸੀ ਮੋਹਾਲੀ ਦੇ ਅੰਦਰ ਤੇ ਇਹ 40 ਹਸਪਤਾਲ ਦੀ ਜਿਹੜੀ ਮਤਲਬ ਇਲੈਕਟ੍ਰਿਸਿਟੀ ਸਾਰਾ ਸਿਸਟਮ ਹੀ ਮੇਰੇ ਕੋਲੇ ਸੀ। ਮੈਂ ਵੀ ਉੱਥੇ ਐਜ ਏ ਦਰਸ਼ਕਾਂ 'ਚ ਬੈਠਾ ਹੋਇਆ ਸੀ ਤੇ ਕੀ ਹੋਇਆ ਵੀ ਉੱਥੇ ਜਦੋਂ ਸਟੇਜ ਦੇ ਉੱਤੇ ਬੋਲਣ ਲੱਗੇ ਤੇ ਪਹਿਲਾਂ ਪ੍ਰਬੰਧਕ ਜਿਹੜਾ ਸੀ ਉਹਨਾਂ ਦਾ ਉਹ ਅੰਗਰੇਜ਼ੀ 'ਚ ਬੋਲਿਆ। ਥੱਲੇ ਕੁਝ ਮਰੀਜ਼ ਸੀ, ਕੁਝ ਨਰਸਾਂ ਸੀ, ਕੁਝ ਡਾਕਟਰ ਸੀ ਜਿਹੜੇ ਉੱਥੇ ਥੱਲੇ ਸਟੇਜ ਤੇ ਬੈਠੇ ਸੀ ਤੇ ਸੰਬੋਧਨ ਕਰਨ ਲੱਗਿਆ ਉਹਨੇ ਅੰਗਰੇਜ਼ੀ 'ਚ ਸੰਬੋਧਨ ਕੀਤਾ। ਬਾਦਲ ਸਾਹਿਬ ਚੁੱਪ ਰਹੇ, ਲੋਕਾਂ ਨੂੰ ਸਮਝ ਲੱਗੀ ਨਹੀਂ ਲੱਗੀ, ਕਿਸੇ ਨੇ ਤਾੜੀ ਮਾਰੀ, ਕਿਸੇ ਨੇ ਨਹੀਂ ਮਾਰੀ। ਉਸ ਤੋਂ ਬਾਅਦ ਕੈਪਟਨ ਕਮਲਜੀਤ ਨੂੰ ਮੌਕਾ ਮਿਲਿਆ। ਕੈਪਟਨ ਕਮਲਜੀਤ ਨੇ ਵੀ ਅੰਗਰੇਜ਼ੀ 'ਚ ਉੱਥੇ ਬੋਲਿਆ। ਜਦੋਂ ਕੈਪਟਨ ਕਮਲਜੀਤ ਅੰਗਰੇਜ਼ੀ 'ਚ ਬੋਲ ਰਿਹਾ ਤੇ ਬਾਦਲ ਨੂੰ ਗੁੱਸਾ ਆ ਰਿਹਾ ਸੀ, ਪਬਲਿਕ ਨੂੰ ਵੀ ਆ ਰਿਹਾ ਸੀ ਕਿ ਉਹ ਤੇ ਬੰਦੇ ਬਾਹਰ ਦੇ ਹੋ ਸਕਦੇ ਨੇ, ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ, ਪਰ ਜਿਹੜਾ ਆਪਣਾ ਸਾਡਾ ਵਿੱਤ ਮੰਤਰੀ ਹੈ ਉਹਨੂੰ ਪੰਜਾਬੀ 'ਚ ਗੱਲ ਕਰਨੀ ਚਾਹੀਦੀ ਸੀ। ਕਿਸੇ ਨੇ ਵਿਰੋਧ ਨਾ ਕੀਤਾ, ਪਰ ਹੋਇਆ ਕਿ ਜਦੋਂ ਉਹਦੀ ਵਾਰੀ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਦੀ ਆਈ ਤੇ ਪ੍ਰਕਾਸ਼ ਸਿੰਘ ਬਾਦਲ ਨੇ ਸਟੇਜ ਤੇ ਜਦੋਂ ਖਲੋਣ ਲੱਗਾ ਤੇ ਉਹਨੇ ਸਭ ਤੋਂ ਪਹਿਲਾਂ ਗੱਲ ਕਹੀ ਕਿ ਮੈਨੂੰ ਹੋਰ ਤੇ ਕੋਈ ਇਤਰਾਜ਼ ਨਹੀਂ ਕਿਸੇ ਤੇ, ਜਿਹੜੀ ਮਰਜ਼ੀ ਭਾਸ਼ਾ 'ਚ ਕੋਈ ਗੱਲ ਕਰੇ ਤੇ ਮੈਨੂੰ ਆਪਣੇ ਜਿਹੜੇ ਸਾਡਾ ਕਪਤਾਨ ਸਾਹਿਬ ਹੈ ਉਹਨੂੰ ਕਪਤਾਨ ਕਹਿ ਕੇ ਜਿਹੜਾ ਸਾਡਾ ਕਪਤਾਨ ਸਾਹਿਬ ਹੈ ਕਮਲਜੀਤ ਸਿੰਘ, ਕੈਪਟਨ ਕਮਲਜੀਤ ਸਿੰਘ, ਇਹਨੂੰ ਤਾਂ ਪੰਜਾਬੀ 'ਚ ਗੱਲ ਕਰਨੀ ਚਾਹੀਦੀ ਸੀ। ਆਪਣੀ ਪੰਜਾਬ ਦੀ ਮਾਂ ਬੋਲੀ ਨੂੰ ਭੁੱਲ ਚੁੱਕੇ ਨੇ, ਕਰਨੀ ਚਾਹੀਦੀ ਸੀ। ਉਹ ਕਹਿੰਦਾ ਇਹ ਮਤ ਸੋਚਿਓ ਵੀ ਬਾਦਲ ਨੂੰ ਅੰਗਰੇਜ਼ੀ ਨਹੀਂ ਆਉਂਦੀ, ਮੈਂ ਹੁਣ ਤੁਹਾਨੂੰ ਅੰਗਰੇਜ਼ੀ ਦੇ ਕੋਈ ਸ਼ਬਦ ਬੋਲ ਕੇ ਦਿਖਾਉਣਾ ਤੇ ਬਾਦਲ ਸਾਹਿਬ ਨੇ ਅੰਗਰੇਜ਼ੀ ਦੇ ਸ਼ਬਦ ਬੋਲੇ ਤੇ ਨਾਲ ਇਹ ਗੱਲ ਕਹੀ ਵੀ ਜਿਹੜੇ ਮੈਂ ਸ਼ਬਦ ਬੋਲੇ ਨੇ ਅੰਗਰੇਜ਼ੀ ਵਾਲੇ, ਮੈਨੂੰ ਹੱਥ ਖੜੇ ਕਰਕੇ ਇਹ ਨਰਸਾਂ ਤੇ ਇਹ ਜਿਹੜੇ ਮਰੀਜ਼ ਜਾਂ ਹੋਰ ਦਰਸ਼ਕ ਇੱਥੇ ਇਕੱਠੇ ਹੋਇਆ ਉਹ ਕਿੰਨਿਆਂ ਨੂੰ ਸਮਝ ਆਈ ਆ। ਬਿਲਕੁਲ। ਤੇ ਕੋਈ ਹੱਥ ਖੜਾ ਨਹੀਂ ਸੀ ਹੋਇਆ। ਸੋ ਇਹ ਉਹ ਬਾਦਲ ਸਾਹਿਬ ਨੇ ਗੱਲ ਕਹੀ ਕਿ ਪੰਜਾਬੀ ਤੁਹਾਡੀ ਬੋਲੀ ਹੈ, ਮੈਂ ਇਹ ਨਹੀਂ ਕਹਿੰਦਾ ਵੀ ਉਹ ਕਿਸੇ ਅਕਾਲੀ ਦਲ ਦਾ ਸੀ ਕਿਤੇ ਦੀ, ਪੰਜਾਬੀ ਦੀ ਗੱਲ ਕਰਦਾ। ਸੋ ਉਸ ਵੇਲੇ ਸਾਰੇ ਬੰਦੇ ਚੁੱਪ ਚਾਂਤ ਹੋ ਗਏ। ਉਹ ਕਹਿੰਦਾ ਦੁੱਖ ਇਸ ਗੱਲ ਦਾ, ਉਹ ਕਹਿੰਦੇ ਜੀ ਬਾਦਲ ਸਾਹਿਬ ਕੋਈ ਅਨਾਉਂਸਮੈਂਟ ਕਰੋ ਤੇ ਬਾਦਲ ਸਾਹਿਬ ਕਹਿੰਦੇ ਵੀ ਮੈਂ ਅਨਾਉਂਸਮੈਂਟ ਕਰਦਾ, ਪਰ ਇਹ ਸਾਰੇ ਜਿਹੜੇ ਬੋਰਡ ਨੇ ਪੰਜਾਬੀ 'ਚ ਕਰ ਦਿਓ। ਬਿਲਕੁਲ। ਜਾਂ ਹੋਰ ਸਾਰਾ ਕੁਝ ਜਿਹੜਾ ਤੁਸੀਂ ਬਿਸਤਰੇ ਜਿਹੜੇ ਨੇ 40s ਵਾਲੇ 25 ਬਿਸਤਰੇ ਫ੍ਰੀ ਕਰ ਦਿਓ, ਮੈਂ ਹੁਣੇ ਅਨਾਉਂਸ ਕਰ ਦਿੰਦਾ। ਸੋ ਇਦਾਂ ਦੀਆਂ ਘਟਨਾਵਾਂ ਜਿਹੜੀਆਂ ਪੰਜਾਬੀ ਮਾਂ ਬੋਲੀ ਲਈ ਕੁਝ ਯਤਨ ਵੀ ਹੋਏ, ਪਰ ਬਹੁਤੇ ਯਤਨ ਜਿਹੜੇ ਪੰਜਾਬੀ ਨੂੰ ਮਾਰਨ ਵਾਸਤੇ ਕੀਤੇ ਗਏ। ਆ ਹੁਣ ਨਵੀਂ ਸ਼ਾਇਦ ਤੁਹਾਨੂੰ ਪਤਾ ਹੋਵੇਗਾ ਕਿ ਪੰਜਾਬ ਯੂਨੀਵਰਸਿਟੀ ਜਿਹੜੀ ਪੰਜਾਬੀਆਂ ਦੀ ਸੀ, ਇਹਦੇ ਵਿੱਚ ਸਾਰਾ ਪੰਜਾਬ ਦੇ ਪਹਿਲਾਂ ਵੀਸੀ ਜਿਹੜੇ ਪੰਜਾਬ ਦੇ ਲੱਗਦੇ ਸੀ, ਪਰ ਅੱਜ ਜਿਹੜਾ ਵੀਸੀ ਆ ਉਹ ਪੰਜਾਬ ਦੇ ਬਾਹਰੋਂ ਲਿਆ ਕੇ ਭਾਜਪਾ ਦੀ ਸਰਕਾਰ ਨੇ ਉੱਥੇ ਬਿਠਾਤਾ। ਜਦੋਂ ਕਿ ਇਸ ਜਿਹੜੀ ਪੰਜਾਬ ਯੂਨੀਵਰਸਿਟੀ ਹੈ ਇਹਦੇ ਵਿੱਚ ਸੈਨੇਟ ਤੇ ਜਿਹੜੀ ਸਾਡੀ ਸਿੰਡੀਕੇਟ ਹੈ ਇਹ ਹੀ ਰਿਵਿਊ ਕਰ ਸਕਦੀ ਹੈ, ਇਹੀ ਕੋਈ ਨਵੇਂ ਮਤੇ ਪਾਸ ਕਰਦੀ ਹੈ, ਇਹੀ ਕੁਝ ਕਰਦੀ ਹੈ। ਪਰ ਹੁਣ ਕੀ ਆ, ਸਾਰਾ ਕੰਟਰੋਲ ਇਹਨਾਂ ਤੋਂ ਖੋ ਕੇ ਤੇ ਜਿਹੜਾ ਵੀਸੀ ਜਿਹੜਾ ਸਾਡਾ ਚਾਂਸਲਰ ਹੈ ਰਾਸ਼ਟਰਪਤੀ ਉਹਨੂੰ ਦੇ ਦਿੱਤਾ ਗਿਆ। ਸੋ ਇਹ ਮਾਰਕ ਜਿਹੜੀ ਆ ਸਭ ਤੋਂ ਵੱਡੀ ਪੰਜਾਬ ਨੂੰ ਪਏਗੀ। ਪੰਜਾਬ ਦੀ ਯੂਨੀਵਰਸਿਟੀ ਸਾਥੋਂ ਖੋ ਕੇ ਕਿਸੇ ਹੋਰ ਨੂੰ ਦਿੱਤੀ ਜਾ ਰਹੀ ਹੈ। ਸੋ ਇਹ ਇੱਕ ਸਾਡੇ ਪੰਜਾਬੀਆਂ ਦੇ ਉੱਤੇ, ਪੰਜਾਬੀ ਮਾਂ ਬੋਲੀ ਦੇ ਉੱਤੇ ਬਹੁਤ ਵੱਡਾ ਇਹ ਹਮਲਾ ਕੀਤਾ ਜਾ ਰਿਹਾ। ਇਹਨੂੰ ਸਰਕਾਰਾਂ ਜਿਹੜੀਆਂ ਜਾਂ ਸਾਡੇ ਜਿਹੜੇ ਪੰਜਾਬੀ ਹਮਾਇਤੀ ਨੇ, ਜਿਹੜੇ ਸਾਡੇ ਸੈਨੇਟ ਮੈਂਬਰ ਨੇ ਜਾਂ ਸਿੰਡੀਕੇਟ ਮੈਂਬਰ ਨੇ, ਉਹਨਾਂ ਨੂੰ ਇਹ ਆਵਾਜ਼ ਜ਼ਰੂਰ ਉਠਾਉਣੀ ਚਾਹੀਦੀ ਹੈ, ਇਹ ਗੱਲ ਕਰਨੀ ਚਾਹੀਦੀ ਹੈ ਵੀ ਸਾਡੇ ਪੰਜਾਬ ਦੀ ਜਿਹੜੀ ਕੋਈ ਯੂਨੀਵਰਸਿਟੀ ਸਾਡੀ ਸੀ, ਅਸੀਂ ਸਾਡੀ ਯੂਨੀਵਰਸਿਟੀ ਸਾਡੇ ਨਾਲ ਕਾਲਜ ਜੁੜੇ ਹੋਏ ਸੀ, ਉਹ ਕਾਲਜ ਕਿੱਥੇ ਜਾਣਗੇ ਜਿਹੜੇ ਅੱਜ ਪੰਜਾਬ ਯੂਨੀਵਰਸਿਟੀ ਨਾਲ ਜੁੜੇ ਹੋਏ ਨੇ। ਸੋ ਇੱਥੋਂ ਪੰਜਾਬੀ ਨੂੰ ਮਤਲਬ ਦੂਰ ਕਰਨ ਵਾਸਤੇ ਹਿੰਦੀ ਤੇ ਦੂਜੀਆਂ ਭਾਸ਼ਾਵਾਂ ਨੂੰ ਉੱਪਰ ਲਿਆਉਣ ਵਾਸਤੇ ਸਾਥੋਂ ਜਿਹੜੀ ਯੂਨੀਵਰਸਿਟੀ ਖੋਈ ਜਾ ਰਹੀ ਹੈ। ਇਹ ਬਹੁਤ ਵੱਡੀ ਸਰਕਾਰ ਦੀ ਨਲਾਇਕੀ ਔਰ ਗਲਤ ਹੈ। ਜੀ ਬਿਲਕੁਲ ਲੈਲ ਸਾਹਿਬ ਜੀ, ਇਸੇ ਤਰ੍ਹਾਂ ਜਿਵੇਂ
ਕੰਗਨਾ ਰੋਡ ਜੀ ਉਹਨੂੰ ਸਭ ਜਾਣਦੇ ਨੇ ਇਸ ਵਕਤ ਜੀ। ਕੰਗਨਾ ਰੋਡ ਨੂੰ ਜੀ। ਤੇ ਉਹਨੇ ਵੀ ਇਹ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਿਹੜਾ ਆਪਣਾ ਇੰਡੀਆ ਦਾ ਮੈਪ ਹੈ ਜੀ। ਮੈਪ ਦੇ ਵਿੱਚ ਇੰਗਲਿਸ਼ 'ਚ ਲਿਖਿਆ ਹੋਇਆ ਇੰਡੀਆ ਜੀ। ਤੇ ਉਹਨੂੰ ਬਦਲ ਕੇ ਜੀ। ਪੰਜਾਬੀ 'ਚ ਜਾਂ ਹਿੰਦੀ 'ਚ ਕੀਤਾ ਜਾਵੇ। ਬਿਲਕੁਲ ਵਧੀਆ। ਜਿਹੜੀ ਚੀਜ਼ ਕਿਸੇ ਅੱਛੇ ਬੰਦੇ ਨੇ, ਚਾਹੇ ਉਹ ਜੀ। ਕਿੰਨੀਆਂ ਵੀ ਬੁਰਾਈਆਂ ਦੀ ਮਤਲਬ ਜੀ, ਮਾਲਕ ਬਿਲਕੁਲ, ਹੋਵੇ, ਮਾਲਕ ਪਰ ਹੋਵੇ, ਜੇ ਉਹਨੇ ਕੋਈ ਚੰਗੀ ਆਪਣੀ ਜ਼ੁਬਾਨ ਚੋਂ ਚੰਗੀ ਗੱਲ ਕੀਤੀ ਹੈ ਪੰਜਾਬੀ ਜੀ। ਮਾਂ ਬੋਲੀ ਲਈ, ਜੀ। ਤੇ ਉਹਦਾ ਸਤਿਕਾਰ ਕਰਨਾ ਚਾਹੀਦਾ, ਬਿਲਕੁਲ। ਕਿਉਂਕਿ ਸਾਨੂੰ ਅੱਜ ਜ਼ਰੂਰਤ ਹੈ ਆਪਣੀ ਮਾਂ ਬੋਲੀ ਨੂੰ ਬਚਾਉਣ ਲਈ। ਬਚਾਉਣ ਦੀ ਬਿਲਕੁਲ ਹਮੇਸ਼ਾ ਹੀ ਉਹ ਕੌਮਾਂ ਹੂੰ ਅੱਗੇ ਵਧੀਆਂ ਨੇ, ਉਹ ਕੌਮਾਂ ਜੀ। ਸਕਸੈਸ ਹੋਈਆਂ ਨੇ ਜੀ। ਜਿਹਦੀ ਬੋਲੀ ਆਪਣੇ ਕੋਲ ਰਹੀ ਹੈ। ਜੀ। ਤੇ ਜੇ ਕਿਸੇ ਕੌਮ ਨੂੰ ਖਤਮ ਕਰਨਾ ਹੈ ਤੇ ਬਿਲਕੁਲ ਉਹਦੀ ਬੋਲੀ ਨੂੰ ਖਤਮ ਕਰ ਦਿੱਤਾ ਜਾਂਦਾ ਹੈ। ਜੀ। ਸੋ ਇਸੇ ਤਰ੍ਹਾਂ ਜੇ ਸਾਡੇ ਪੰਜਾਬ ਨੂੰ ਖਤਮ ਕਰਨਾ ਹੈ ਤਾਂ ਸਾਡੀ ਬੋਲੀ ਤੋਂ ਹੀ ਹੈ। ਸਾਡੀ ਜੇ ਬੋਲੀ ਖਤਮ ਹੋ ਰਹੀ ਹੈ ਤੇ ਸਾਡੀ ਜਿਹੜੀ ਨਸਲ ਹੈ, ਸਾਡੀ ਪੰਜਾਬੀਆਂ ਦੀ ਜਿਹੜੀ ਨਸਲ ਹੈ, ਉਹਨੂੰ ਖਤਮ ਕਰਨ ਦੇ ਬੜੇ ਵਾਰ ਕੀਤੇ ਜਾ ਰਹੇ ਨੇ। ਇਹ 'ਤੇ ਵੀ ਆਪਾਂ ਨੂੰ ਗੌਰ ਕਰਨਾ ਚਾਹੀਦਾ। ਸਰਕਾਰਾਂ ਜਿਹੜੀਆਂ ਪੰਜਾਬੀ ਲੋਕਾਂ ਦੀਆਂ ਵੋਟਾਂ ਲੈ ਕੇ ਜੀ। ਪਾਰਲੀਮੈਂਟ ਜਾਂ ਅਸੈਂਬਲੀ 'ਚ ਜਾਂਦੀਆਂ, ਇਹਨਾਂ ਨੂੰ ਵੀ ਇਹ ਮਤੇ ਪਾ ਕੇ ਇਸ ਬਿਲਕੁਲ। ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਦੇ ਹੱਥੋਂ ਖੋਇਆ ਜਾ ਰਿਹਾ, ਜੀ। ਇਹਨੂੰ ਬਚਾਉਣਾ ਚਾਹੀਦਾ। ਤੇ ਪੰਜਾਬੀ ਮਾਂ ਬੋਲੀ ਦੇ ਜਿਹੜੇ ਵੀ ਮਤਲਬ ਸਾਡੀਆਂ ਲਿਖਾਰੀ ਸਭਾਵਾਂ ਨੇ, ਜੀ। ਪੰਜਾਬੀ ਨਾਲ ਹੋਰ ਸਾਡੀਆਂ ਜਿਹੜੀਆਂ ਸੁਸਾਇਟੀਆਂ ਨੇ, ਅੱਜ ਪੰਜਾਬੀ ਦੇ ਅਸੀਂ ਪਹਿਲਾਂ ਵੀ ਮੋਹਾਲੀ ਦੇ ਅੰਦਰ ਬਹੁਤ ਵੱਡੇ ਮੇਲੇ ਜਿਹੜੇ ਨੇ ਪੰਜਾਬੀ ਮਾਂ ਬੋਲੀ ਨੂੰ ਬਚਾਉਣ ਲਈ, ਪੰਜਾਬੀ ਮਾਂ ਬੋਲੀ ਦੇ ਵਿਕਾਸ ਲਈ ਬਹੁਤ ਵੱਡੇ ਯਤਨ ਕੀਤੇ ਨੇ। ਬਿਲਕੁਲ ਕਿਉਂਕਿ ਜਦੋਂ ਸਾਡੇ ਵਿਦੇਸ਼ੀ ਜਾਂਦੇ ਹੁੰਦੇ ਸੀ ਬਿਲਕੁਲ ਜਿਹੜੇ ਸਾਡੇ ਇੱਥੋਂ ਪੰਜਾਬ ਤੋਂ ਬਾਹਰ ਲਿਆ ਗਏ ਨੇ ਸਾਡੇ ਪੰਜਾਬੀ, ਜੀ। ਅੱਜ ਵੀ ਉਹ ਮਾਣ ਤੇ ਤਾਣ ਨਾਲ ਹਿੱਕ ਠੋਕ ਕੇ ਪੰਜਾਬੀ ਦੀ ਗੱਲ ਕਰਦੇ ਨੇ। ਉਹਨਾਂ ਦੀ ਬੋਲੀ ਵੀ ਸਾਥੋਂ ਖੋਈ ਜਾ ਰਹੀ ਹੈ। ਸੋ ਉਹਨਾਂ ਨੂੰ ਵੀ ਚਾਹੀਦਾ ਵੀ ਜਿਹੜੇ ਉਹਨਾਂ ਦੇ ਬੱਚੇ ਉੱਥੇ ਉਧਰ ਜੰਮੇ ਨੇ, ਉਧਰ ਪੈਦਾ ਹੋਏ ਨੇ, ਜੀ। ਉਹਨਾਂ ਨੂੰ ਬਾਕੀ ਭਾਸ਼ਾਵਾਂ ਦੇ ਨਾਲ ਨਾਲ ਅੰਗਰੇਜ਼ੀ ਦੇ ਨਾਲ ਨਾਲ ਪੰਜਾਬੀ ਦਾ ਗਿਆਨ ਜ਼ਰੂਰ ਦਿਵਾਓ, ਤਾਂ ਕਿ ਉਹਨਾਂ ਨੂੰ ਪੰਜਾਬੀ ਕਲਚਰ ਨਾਲ, ਪੰਜਾਬੀ ਸੱਭਿਆਚਾਰ ਨਾਲ, ਜੀ। ਪੰਜਾਬ ਦੇ ਪਿੰਡਾਂ ਨਾਲ, ਆਪਣੇ ਦਾਦੇ ਨਾਨਕੇ, ਇਹ ਮਾਸੀਆਂ ਮਾਮੇ, ਇਹ ਯਾਦ ਰੱਖ ਰਹਿਣ, ਬਿਲਕੁਲ। ਤਾਂ ਹੀ ਰਹਿ ਸਕਦੇ ਨੇ। ਜੇ ਪੰਜਾਬੀ ਰਹੂਗੀ, ਨਹੀਂ ਤਾਂ ਸਾਰੇ ਰਿਸ਼ਤੇ ਜਿਹੜੇ ਇੱਕੋ ਸ਼ਬਦ 'ਚ ਅੰਕਲ ਤੇ ਆਂਟੀ 'ਚ ਬਦਲ ਜਾਣਗੇ। ਬਿਲਕੁਲ। ਸੋ ਇਹਨੂੰ ਬਚਾਉਣ ਲਈ ਜੇ ਮਾਮੀਆਂ, ਚਾਚੀਆਂ, ਤਾਈਆਂ, ਇਹ ਭੂਆ, ਜੀ। ਇਹ ਰੱਖਣੀਆਂ ਨਾ, ਤਾਂ ਜੀ। ਫਿਰ ਪੰਜਾਬੀ ਨੂੰ ਬਚਾਉਣਾ ਹੀ ਪਏਗਾ। ਬਿਲਕੁਲ ਬਚਾਉਣਾ ਪਏਗਾ ਬਿਲਕੁਲ। ਜੀ। ਤੇ ਲਹਿਲ ਸਾਹਿਬ ਜੀ, ਜੇ ਆਪਾਂ ਗੱਲ ਕਰੀਏ ਰਾਜਨੀਤੀ ਦੀ, ਜੀ ਅੱਜ ਕੱਲ ਕੀ ਚੱਲ ਰਿਹਾ ਕਿ ਅਨਮੋਲ ਗਗਨ ਮਾਨ ਨੂੰ ਜੀ। ਖਰੜ ਦੀ ਜੀ। ਹਲਕਾ ਇੰਚਾਰਜ ਬਣਾ ਦਿੱਤਾ ਗਿਆ। ਵੇਖੋ ਜੀ ਹਰਪ੍ਰੀਤ ਜੀ, ਸਵਾਲ ਤੇ ਇਹ ਆ ਵੀ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਨਾ, ਜੀ। ਅੱਜ ਅਖਾੜਾ ਮੱਗ ਚੁੱਕਾ। ਜੀ ਅੱਜ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਸਾਰੀਆਂ ਸਿਆਸੀ ਪਾਰਟੀਆਂ ਆਪਣੇ ਝੋਲੇ 'ਚ ਉਹ ਮੁਫਤ ਵਾਲੀਆਂ ਚੀਜ਼ਾਂ ਵੰਡੀਆਂ ਜਾ ਰਹੀਆਂ। ਅੱਗੇ ਤੇ ਨਿਆਣਿਆਂ ਨੂੰ ਚੁੱਪ ਕਰਾਉਣ ਲਈ ਕਹਿੰਦੇ ਜਦੋਂ ਕੋਈ ਨਾਨਾ ਜਾਂ ਦਾਦਾ ਜਾਂ ਕੋਈ ਆਂਢੀ ਗੁਆਂਢੀ ਜਾਂ ਕੋਈ ਰਿਸ਼ਤੇਦਾਰ ਘਰ ਆਉਂਦਾ ਸੀ ਤੇ ਇੰਨੇ ਕਿ ਜੇਬ 'ਚ ਪਾ ਕੇ ਉਹ ਟੌਫੀਆਂ ਲੈ ਆਉਂਦਾ ਸੀ। ਬਿਲਕੁਲ ਤੇ ਨਿਆਣੇ ਉੱਥੇ ਰੌਲਾ ਪਾਉਣਗੇ, ਕੋਈ ਪਜਾਮਾ ਖਿੱਚੂ, ਕੁਝ ਕੁਛੂ, ਤੇ ਚਲੋ ਨਿਆਣਿਆਂ ਨੂੰ ਵੰਡ ਦਿਆਂਗੇ। ਉਹੋ ਹੀ ਕੁਝ ਜਿਹੜਾ ਹੁਣ ਇਹ ਸਾਡੀਆਂ ਸਿਆਸੀ ਪਾਰਟੀਆਂ ਨੇ ਆਪਣੇ ਝੋਲੇ 'ਚ ਉਹ ਫ੍ਰੀ ਵਾਲੇ, ਮੁਫਤ ਵਾਲੇ ਜਿਹੜੇ ਨੇ, ਜੀ ਨਿੱਕੀਆਂ ਨਿੱਕੀਆਂ ਚੀਜ਼ਾਂ ਜਿਹੜੀਆਂ ਪਾਈ ਫਿਰਦੇ ਨੇ। ਜਿਵੇਂ ਆਮ ਆਦਮੀ ਪਾਰਟੀ ਦੀ ਤੁਸੀਂ ਗੱਲ ਕਰਦੇ ਹੋ, ਇਹਨਾਂ ਸਿਆਸੀ ਪਾਰਟੀਆਂ ਕੋਲ ਕੋਈ ਸੋਚ ਤੇ ਸਮਝ ਨਹੀਂ ਹੈ। ਬਿਲਕੁਲ ਆਮ ਆਦਮੀ ਪਾਰਟੀ ਨੂੰ ਸਭ ਤੋਂ ਪਹਿਲਾਂ ਇਹ ਚਾਹੀਦਾ ਸੀ ਕਿ ਜਿੱਦਾਂ ਦਾ ਉਹਨਾਂ ਨੇ ਪੰਜਾਬ ਦੇ ਅੰਦਰ ਪਿਛਲੀ 2017 'ਚ ਇੱਕ ਬਹੁਤ ਵੱਡਾ ਮੂਵਮੈਂਟ ਪੈਦਾ ਕੀਤੀ ਸੀ ਤੇ ਆਪਣੀਆਂ ਕੁਝ ਗਲਤੀਆਂ ਕਰਕੇ ਲੋਕਾਂ ਤੋਂ ਫਿਰ ਦੂਰ ਹੋ ਗਈ, ਫਿਰ ਵਿਰੋਧੀ ਧਿਰਾਂ 'ਚ ਆਣ ਕੇ ਬੈਠ ਗਈ। ਕਿਤੇ ਇਹ ਨਾ ਹੋਵੇ ਵੀ ਜਿੱਦਾਂ ਦੇ ਡਿਸੀਜਨ ਲੈ ਰਹੇ ਨੇ, ਜਿੱਦਾਂ ਦੀ ਇਹ ਮਤਲਬ ਵਿਹਾਰ ਕਰ ਰਹੇ ਨੇ, ਪਹਿਲਾ ਵਿਹਾਰ ਇਹ ਵੀ ਸਾਡੇ ਕੇਜਰੀਵਾਲ ਸਾਹਿਬ ਜਿਹਨੇ ਇੱਕ ਵੱਖਰੀ ਸੋਚ, ਵੱਖਰੀ ਰਾਜਨੀਤੀ, ਇੱਕ ਚੰਗੀ ਰਾਜਨੀਤੀ ਦੇਣ ਦਾ ਜਿਹੜਾ ਉਹ ਹੰਗਲਾ ਮਾਰਿਆ ਸੀ, ਜਿਹੜਾ ਆਪਣੇ ਆਪ ਨੂੰ ਕਹਿੰਦੇ ਨੇ ਵੀ ਅਸੀਂ ਵੱਖਰੀ ਦੇਣੀ ਆ, ਪਰ ਮੇਰੇ ਹਿਸਾਬ ਨਾਲ ਕੋਈ ਵੱਖਰੀ ਗੱਲ ਨਹੀਂ ਹੈ। ਇੱਕ 300 ਦਾ ਲਾਰਾ ਲਾ ਕੇ 300 ਦੀ ਬਿਜਲੀ ਫ੍ਰੀ ਕਰ ਦਿਆਂਗੇ, ਯੂਨਿਟ ਦੇ ਕੇ 24 ਘੰਟੇ ਨਿਰਵਿਘਨ ਦੇ ਦਿਆਂਗੇ। ਮੈਂ ਕੇਜਰੀਵਾਲ ਸਾਹਿਬ ਨੂੰ ਕਹਿੰਦਾ ਵੀ ਨਿਰਵਿਘਨ ਸਪਲਾਈ ਕਿੱਦਾਂ ਦਿੱਤੀ ਜਾ ਸਕਦੀ ਹੈ ਕਿ 300 ਯੂਨਿਟ ਜਿਹੜੇ ਫ੍ਰੀ ਤੁਸੀਂ ਦੇ ਰਹੇ ਹੋ, ਇਹਦੇ ਨਾਲ ਹੋਰ ਬਿਜਲੀ ਬੋਰਡ ਨੂੰ ਕਰਜ਼ਾਈ ਕਰਨੀ। ਪੰਜਾਬ ਦੇ ਮੁੱਦੇ ਨੇ ਕਿ ਬਿਜਲੀ ਦੇ ਨਾਲ ਹੀ ਇਹ ਸਭ ਕੁਝ ਖਤਮ ਹੋ ਜਾਊਗਾ, ਕਿਉਂਕਿ ਬਿਜਲੀ ਦੇ ਨਾਲ ਨਾਲ ਸਾਨੂੰ ਘਰ ਰੋਟੀ ਵੀ ਚਾਹੀਦੀ ਹੈ ਜੀ, ਸਾਨੂੰ ਸਕੂਲਾਂ ਦੀਆਂ ਫੀਸਾਂ ਵੀ ਚਾਹੀਦੀਆਂ ਨੇ, ਸਾਨੂੰ ਤੇਲ ਤੇ ਪੈਟਰੋਲ ਵੀ ਚਾਹੀਦਾ ਗੱਡੀ ਚਲਾਉਣ ਲਈ, ਤਨ ਤੇ ਪਾਉਣ ਲਈ ਕੱਪੜਾ ਚਾਹੀਦਾ ਹੈ, ਮਕਾਨ ਲਈ ਸਾਨੂੰ ਛੱਤ ਚਾਹੀਦੀ ਹੈ। ਇਹ ਸਾਰਾ ਕੁਝ ਕੱਲੀ ਬਿਜਲੀ ਨਾਲ ਸੰਬੰਧਿਤ ਨਹੀਂ। 300 ਯੂਨਿਟ ਅਸੀਂ ਦਾਨ 'ਚ ਜਾਂ ਉੱਥੇ ਸ਼ਗਨਾਂ 'ਚ ਥੋੜੇ ਦੇਣੇ ਆ। ਬਿਲਕੁਲ ਅੱਜ ਕੱਲ ਮਹਿੰਗਾਈ ਇੰਨੀ ਜ਼ਿਆਦਾ ਵੱਧ ਗਈ ਹੈ ਕਿ ਬੰਦਾ ਮਹਿੰਗਾਈ ਨੂੰ ਟੈਪਟ ਕਰੇਗਾ ਜਾਂ ਫਿਰ ਇਹਨਾਂ ਦੀ 300 ਯੂਨਿਟ ਬਿਜਲੀ ਨੂੰ। ਸੋ ਇਹ ਹਰਪ੍ਰੀਤ ਜੀ, ਇਹ ਸਿਰਫ ਇੱਕ ਸਾਡੇ ਪੰਜਾਬ ਨੂੰ ਨਿੱਕੇ ਨਿੱਕੇ ਮੁਖ ਦੇ ਲਾਲਚ ਦੇ ਕੇ ਇਹਨਾਂ ਦੀ ਅਣਖ ਨੂੰ ਜਿਹੜਾ ਮਤਲਬ ਟਟੁੰਬ ਰਹੇ ਨੇ, ਜਨਤਾ ਨੂੰ ਇਹਨਾਂ ਨੂੰ ਮਤਲਬ ਜਿਹੜਾ ਉਹ ਨਗੱਲੇ ਕਰ ਰਹੇ ਨੇ, ਜਨਤਾ ਨੂੰ ਫਸਾਇਆ ਜਾ ਰਿਹਾ ਹੈ, ਗੋਡਿਆਂ 'ਚ ਪਾਣੀ ਪਾ ਰਹੇ ਨੇ ਫ੍ਰੀ ਦੇ ਕੇ, ਫ੍ਰੀ ਕੁਛ ਦੇ ਕੇ। ਉਹ ਫ੍ਰੀ ਵੀ ਕਾਹਦਾ, ਸਰਕਾਰ ਦੇ ਜਿਹੜੇ ਵੀ ਅੱਜ ਨਿਊਜ਼ ਹੈ, ਜਿਹੜਾ ਇਹਨਾਂ ਨੇ ਪਾਵਰਕਾਮ ਨੂੰ ਇੰਡਸਟਰੀ 'ਚ ਲੈ ਲਿਆ ਸੀ ਪਹਿਲਾਂ, ਅੱਜ ਤੱਕ ਹੁਣ ਤੱਕ ਪਾਵਰਕਾਮ ਤੇ
ਟਰਾਂਸਕੋ ਇੱਕ ਇੰਡਸਟਰੀ ਸੀ ਜੀ। ਅੱਜ ਪੰਜਾਬ ਸਰਕਾਰ ਨੇ ਜਿਹੜੀਆਂ ਸਬਸਿਡੀਆਂ ਇਹਨਾਂ ਨੂੰ ਆਪਣੇ ਜਿਹੜੇ ਬਿਜਲੀ ਬੋਰਡ ਨੂੰ, ਦੋ ਕੰਪਨੀਆਂ ਨੂੰ, ਪਾਵਰਕੌਮ ਤੇ ਟਰਾਂਸਕੋ ਨੂੰ, ਜਿਹੜੀਆਂ ਵੀ ਇਹ ਸਬਸਿਡੀਆਂ ਜਾਰੀ ਕਰਦੇ ਸੀ ਅੱਜ ਉਹ ਬੰਦ ਕਰ ਦਿੱਤੀਆਂ ਗਈਆਂ ਨੇ। ਬਿਲਕੁਲ। ਪਹਿਲਾਂ ਵੀ ਪੰਜਾਬ ਸਰਕਾਰ ਨੇ ਵੋਟਾਂ ਇਸ ਬਿਜਲੀ ਦੇ ਸੁਧਾਰ ਵਾਸਤੇ ਤੇ ਬਿਜਲੀ ਸਸਤੀ ਕਰਨ ਵਾਸਤੇ ਪਿਛਲੇ 2017 ਚ ਵੋਟਾਂ ਲਈਆਂ ਸੀ। ਇਦਾਂ ਹੀ ਉਹਨਾਂ ਨੇ ਪਹਿਲਾਂ ਅਕਾਲੀਆਂ ਨੇ ਲਈਆਂ ਸੀ, ਪਰ ਉਹ ਕਰਜ਼ੇ ਦੇ ਥੱਲੇ ਅੱਜ ਬਿਜਲੀ ਬੋਰਡ ਹਜ਼ਾਰਾਂ ਦੇ ਕਰਜ਼ੇ ਥੱਲੇ ਆ ਗਿਆ। ਔਰ ਉਸ ਕਰਜ਼ੇ ਨੂੰ ਉਤਾਰਨ ਵਾਸਤੇ ਅੱਜ ਬਿਜਲੀ ਬੋਰਡ ਵੱਖ-ਵੱਖ ਅਦਾਰਿਆਂ ਤੋਂ ਆਪਣੀਆਂ ਜ਼ਮੀਨਾਂ ਗਹਿਣੇ ਰੱਖ ਕੇ ਤੇ ਉਹ ਜਿਹੜੇ ਕਰਜ਼ੇ ਦੀ ਕਿਸ਼ਤ ਤਾਰ ਰਹੀਆਂ ਨੇ, ਵਿਆਜ ਤਾਰ ਰਹੀਆਂ ਨੇ। ਬਿਲਕੁਲ। ਕਰਜ਼ਾ ਉੱਥੇ ਦਾ ਉੱਥੇ ਖੜਾ, ਪਰ ਵਿਆਜ ਤਾਰ ਰਹੀਆਂ ਨੇ। ਸੋ ਇੱਧਰ ਧਿਆਨ ਕਿਤੇ ਨਹੀਂ ਜਾਂਦਾ। ਅੱਜ ਕਿਸੇ ਦੋਸਤ ਨਾਲ ਗੱਲ ਹੋਈ ਜਿਹੜਾ ਕਿ ਆਮ ਆਦਮੀ ਪਾਰਟੀ ਦਾ ਇੱਕ ਵਰਕਰ ਸੀ ਜਾਂ ਇੱਕ ਦੂਸਰੇ ਸੀ ਕਾਂਗਰਸ ਦੇ ਕੁਝ ਵਰਕਰ ਸੀ, ਤੇ ਉਹਨਾਂ ਨਾਲ ਜਦੋਂ ਗੱਲ ਹੋਈ ਉਹ ਕਹਿੰਦੇ ਯਾਰ ਇਹ ਸੁਧਾਰ ਕਿਵੇਂ ਹੋ ਸਕਦਾ, ਕਿਵੇਂ ਕੀਤਾ ਜਾ ਸਕਦਾ, ਇਹ ਤੇ ਰੈਗੂਲੇਟਰੀ ਕਮਿਸ਼ਨ ਨੇ ਗੱਲ ਕਰਨੀ ਹੈ। ਤਾਂ ਮੈਂ ਉਹਨਾਂ ਨੂੰ ਇੱਕ ਇਹ ਜਵਾਬ ਦਿੱਤਾ ਵੀ ਤੁਸੀਂ ਖੁਦ ਇਹ ਜਾਣਦੇ ਹੋ ਵੀ ਰੈਗੂਲੇਟਰੀ ਜਿਹੜਾ ਕਮਿਸ਼ਨ ਹੈ ਉਸ ਤੋਂ ਬਾਹਰ ਕੁਝ ਨਹੀਂ ਹੋ ਸਕਦਾ। ਫਿਰ ਇੱਕ ਜਿਹੜਾ ਸਿਆਸੀ ਆਗੂ ਹੈ ਉਹ ਸਟੇਜ ਤੇ ਖੜ ਕੇ 600 ਯੂਨਿਟ ਦੀ ਗੱਲ ਕਰ ਰਿਹਾ, ਕੋਈ 500 ਦੀ ਕਰ ਰਿਹਾ। ਸੋ ਇਹ ਸ਼ੋਭਾ ਨਹੀਂ ਦਿੰਦਾ ਇਹਨਾਂ ਨੂੰ, ਸਿਆਸੀ ਆਗੂਆਂ ਨੂੰ। ਜਿਵੇਂ ਕਿ ਕੇਜਰੀਵਾਲ ਸਾਹਿਬ ਨੂੰ ਇਹ ਬਣਦਾ ਇਹ ਸੀ ਕਿ ਘੱਟੋ ਘੱਟ ਤੁਸੀਂ ਪੰਜਾਬ ਦੀ ਇੰਡਸਟਰੀ ਦੀ ਗੱਲ ਕਰਦੇ ਜੀ, ਪੰਜਾਬ ਦੇ ਨੌਜਵਾਨਾਂ ਦੇ ਰੁਜ਼ਗਾਰ ਦੀ ਗੱਲ ਕਰਦੇ, ਬਿਲਕੁਲ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਇੰਨੀਆਂ ਵੱਧ ਗਈਆਂ, ਇਹਨੂੰ ਕੰਟਰੋਲ ਕਰਨ ਦੀ ਗੱਲ ਕਰਦੇ, ਕੋਈ ਟੈਕਸਾਂ 'ਚ ਰੁਵੇੜ ਦਿੰਦੇ, ਜਾਂ ਸਾਡਾ ਜਿਹੜਾ ਸਿਸਟਮ ਮਤਲਬ ਭ੍ਰਿਸ਼ਟ ਹੋ ਚੁੱਕਾ ਜੀ, ਇੰਨਾ ਭ੍ਰਿਸ਼ਟ ਹੋ ਚੁੱਕਾ ਵੀ ਤੁਸੀਂ ਇੱਕ ਛੋਟਾ ਜਿਹਾ ਕੰਮ ਵੀ ਕਰਾਉਣਾ ਹੋਵੇ ਤੇ ਦੋ ਸਹਾਰੇ ਚਾਹੀਦੇ ਨੇ। ਪਹਿਲਾ ਸਹਾਰਾ ਵੀ ਤੁਹਾਡੀ ਸਿਫਾਰਿਸ਼ ਹੈ, ਜੇ ਤੁਹਾਡੀ ਸਿਫਾਰਿਸ਼ ਹੈ ਬਹੁਤ ਵੱਡੇ ਪੱਧਰ ਦੀ ਤੇ ਤੁਹਾਡੀ ਸੁਣਵਾਈ ਹੋਏਗੀ, ਤੇ ਦੂਸਰਾ ਸਹਾਰਾ ਜੇ ਤੁਹਾਡੇ ਕੋਲ ਸਿਫਾਰਿਸ਼ ਨਹੀਂ ਤੇ ਤੁਹਾਡੇ ਜੇਬ 'ਚ ਕਿੰਨੇ ਪੈਸੇ ਆ ਉਹਦੀ ਵਰਤੋਂ ਕਰਕੇ ਤੁਸੀਂ ਆਪਣਾ ਜਿਹੜਾ ਕੰਮ ਆ ਉਹ ਸਿਰੇ ਲਵਾ ਸਕਦੇ ਹੋ। ਹੁਣ ਕਈ ਲੋਕਾਂ ਦੇ ਵਿਚਾਰ ਨੇ ਕਿ ਥੱਲੇ ਜਿਹੜਾ ਸਿਸਟਮ ਹੈ ਉਹ ਤੁਹਾਡਾ ਮੁਲਾਜ਼ਮ ਜਿਹੜੇ ਪੈਸੇ ਲੈਂਦੇ ਨੇ ਇਹ ਲੈਂਦੇ ਨੇ। ਅਸੀਂ ਇਹੀ ਗੱਲ ਕਰਦੇ ਵੀ ਮੁਲਾਜ਼ਮਾਂ ਤਾਂ ਸੈਕਿੰਡ ਆ ਜਾਂਦੇ ਨੇ। ਸਭ ਤੋਂ ਪਹਿਲਾਂ ਤਾਂ ਇਹ ਨਾ ਮੁਲਾਜ਼ਮਾਂ ਨੂੰ ਕੰਟਰੋਲ ਕਰਨ ਵਾਲੀਆਂ ਜਿਹੜੀਆਂ ਸਾਡੇ ਸਿਸਟਮ ਹੈ, ਜਿਹੜਾ ਸਾਡਾ ਵਿਧਾਨ ਸਿਸਟਮ ਹੈ, ਜਿੱਥੇ ਐਮਐਲਏ ਨੇ, ਐਮਪੀ ਨੇ, ਜਾਂ ਜਿਹੜੇ ਸਾਡਾ ਕਾਨੂੰਨ ਘਾੜੇ ਨੇ, ਇਹ ਸਾਰੇ ਜਿਹੜੇ ਸਾਡੀ ਐਡਮਿਨਿਸਟ੍ਰੇਸ਼ਨ ਜਿਹੜੀ ਆ ਸਭ ਤੋਂ ਪਹਿਲਾਂ ਤਾਂ ਉਹ ਕਰਪਟ ਹੈ। ਜੇ ਉਹ ਇਸ ਕਰਪਸ਼ਨ ਨੂੰ ਬੰਦ ਕਰਨਾ ਚਾਹਣ ਤੇ ਮੁਲਾਜ਼ਮਾਂ ਦੀ ਕੀ ਜ਼ਰੂਰਤ ਆ ਪਿਓ ਕਿਸੇ ਕੋ 10 ਰੁਪਏ ਵੀ ਲੈ ਲੈਣ। ਇਹਨਾਂ ਦੀਆਂ ਕਮਜ਼ੋਰੀਆਂ ਕਰਕੇ ਪਤਾ ਕਿ ਮੇਰਾ ਜਿਹੜਾ ਹੈੱਡ ਆ, ਜਿਹੜਾ ਮੇਰਾ ਸੀਨੀਅਰ ਹੈ ਜਾਂ ਮੇਰਾ ਮੰਤਰੀ ਹੈ ਉਹ ਹਿੱਸਾ ਲੈਂਦਾ। ਸੋ ਇਹ ਜਿਹੜੀਆਂ ਚੀਜ਼ਾਂ ਅਸੀਂ ਤਾਂ ਹੀ ਜ਼ਿਆਦਾ ਨਹੀਂ ਇੱਥੇ ਬਹਿਸ ਕਰਦੇ ਕਿਉਂਕਿ ਸਾਡੇ ਕੋਲ ਕੋਈ ਸਬੂਤ ਨਹੀਂ ਹੈ ਵੀ ਨਾ ਸਾਨੂੰ ਕਿਸੇ ਨੇ ਸ਼ਿਕਾਇਤ ਕੀਤੀ। ਬੇਸਿਕ ਤੌਰ ਤੇ ਜਿਹੜਾ ਆਮ ਪਬਲਿਕ ਦੇ ਵਿੱਚ ਵਿਹਾਰ ਹੈ ਉਹ ਇਹੀ ਹੈ ਵੀ ਜਦੋਂ ਕੋਈ ਵੀ ਕੰਮ ਕਰਾਉਣਾ ਤੇ ਉਹ ਬਿਨਾਂ ਸਿਫਾਰਿਸ਼ ਤੇ ਬਿਨਾਂ ਪੈਸੇ ਤੋਂ ਨਹੀਂ ਕੀਤਾ ਹੁੰਦਾ। ਬਿਲਕੁਲ ਲਹਿਲ ਸਾਹਿਬ ਜੀ, ਤੇ ਅੱਜ ਕੱਲ੍ਹ ਆਪਣੇ ਪੰਜਾਬ 'ਚ ਇੱਕ ਹੋਰ ਰੀਤ ਵੀ ਚੱਲਦੀ ਜਾ ਰਹੀ ਹੈ ਕਿ ਜਿਵੇਂ ਕਿ ਕੈਪਟਨ ਦੇ ਬੋਰਡ ਲਗਾਏ ਜਾ ਰਹੇ ਨੇ, ਰੋਡਾਂ ਤੇ ਮੋੜ ਤੇ ਬੜੇ ਬੜੇ ਬੋਰਡ ਲਗਾਏ ਜਾ ਰਹੇ ਨੇ ਤੇ ਉੱਤੇ ਲਿਖਿਆ ਹੋਇਆ ਕਿ ਕੈਪਟਨ 21 ਹੀ ਹੁੰਦਾ ਹੈ। ਕੈਪਟਨ 21 ਹੁੰਦਾ ਹੈ ਤੇ ਉਸਦੇ ਬਰਾਬਰ ਹੀ ਇੱਕ ਹੋਰ ਬੋਰਡ ਲਗਾਇਆ ਜਾ ਰਿਹਾ ਹੈ ਕਿ ਸ਼ੇਰ ਬੱਬਰ 21 ਹੁੰਦਾ ਹੈ। ਉਹ ਸ਼ੇਰ ਬੱਬਰ ਹੈ ਕਿ ਨਵਜੋਤ ਸਿੰਘ ਸਿੱਧੂ। ਅੱਜ ਇਸ ਗੱਲ ਦੀ ਲੜਾਈ ਸ਼ੇਰਾਂ ਤੇ ਬੱਬਰ ਸ਼ੇਰਾਂ 'ਚ ਹੈ। ਜਿਵੇਂ ਤੁਸੀਂ ਪਹਿਲਾਂ ਗਗਨਮਾਨ ਦੀ ਗੱਲ ਕੀਤੀ ਹੈ, ਮੈਂ ਇਹਦਾ ਇਹ 'ਚ ਗੱਲ ਕਹਿਣਾ ਚਾਹੁੰਦਾ ਵੀ ਆਮ ਆਦਮੀ ਪਾਰਟੀ ਨੂੰ ਲੋਕੀ ਆਪਣੇ ਗੱਲ ਨਾਲ ਲਾਉਣ ਨੂੰ ਤਿਆਰ ਹੈਗੇ ਜੀ, ਕੋਈ ਸ਼ੱਕ ਨਹੀਂ। ਠੀਕ ਆ, ਵੱਖਰੀ ਤੌਰ ਦੀ ਸੋਚ ਦੀ ਗੱਲ ਕਰਦੇ ਆ, ਪਰ ਮੇਰੇ ਹਿਸਾਬ ਨਾਲ ਨਾ ਤਾਂ ਉਹਨਾਂ ਕੋਲ ਵੱਖਰੀ ਕੋਈ ਸੋਚ ਹੈ, ਨਾ ਹੀ ਵੱਖਰਾ ਕੋਈ ਸਿਸਟਮ ਹੈ, ਨਾ ਹੀ ਵੱਖਰੀ ਉਹਨਾਂ ਕੋਲ ਇਹੋ ਜਿਹੀ ਟੀਮ ਹੈ ਜਿਹੜੀ ਬੜੀ ਦੁੱਧ ਧੋਤੀ ਤੇ ਬੜੀ ਸਿਆਣਪ ਨੂੰ ਪੰਜਾਬ ਦੀਆਂ ਇਹ ਸਾਰੀਆਂ ਪ੍ਰਸਥਿਤੀਆਂ ਨੂੰ ਸਮਝਦੀ ਹੋਵੇ। ਜੇ ਪ੍ਰਸਥਿਤੀਆਂ ਨੂੰ ਸਮਝਦੀ ਹੁੰਦੀ, ਜੇ ਉਹਨਾਂ 'ਚ ਇੰਨੀ ਦਿਆਨਤਦਾਰੀ ਹੁੰਦੀ, ਜੇ ਉਹ ਇੰਨੇ ਰਾਜਨੀਤਿਕ ਤੌਰ ਤੇ ਸਿਆਣੇ ਹੁੰਦੇ ਤੇ ਗਗਨਮਾਨ ਵਰਗੀ ਜਿਹਨੂੰ ਸਿਆਸਤ ਨਹੀਂ ਆਉਂਦੀ ਉਹਨੂੰ ਆਪਣੇ ਖਰੜ ਦਾ ਇੰਚਾਰਜ ਨਹੀਂ ਸੀ ਲਾਉਣਾ ਬਣਦਾ। ਕਿਉਂਕਿ ਜਿਸ ਮਤਲਬ ਵਰਕਰ ਨੂੰ ਆਪਣੇ ਸੰਵਿਧਾਨਕ ਹੱਕਾਂ ਦਾ ਨਹੀਂ ਪਤਾ, ਸੰਵਿਧਾਨ ਦਾ ਨਹੀਂ ਪਤਾ, ਉਹ ਕੰਮ ਕਰਨ ਦੇ ਤਰੀਕਿਆਂ ਦਾ ਨਹੀਂ ਪਤਾ। ਦੂਜੀ ਗੱਲ ਵੀ ਜਿਹੜੇ ਬੰਦੇ ਪਹਿਲਾਂ ਹੀ ਇੱਥੇ ਸਾਡੇ ਖਰੜ ਦੇ ਅੰਦਰ ਆਮ ਆਦਮੀ ਪਾਰਟੀ ਦੇ ਇੱਕ ਵਰਕਰ ਹੋਣ ਦੇ ਨਾਤੇ ਜਾਂ ਸਰਕਲ ਪ੍ਰਧਾਨ ਹੋਣ ਦੇ ਨਾਤੇ ਜਾਂ ਹੋਰ ਅਹੁਦਿਆਂ ਤੇ ਕੰਮ ਕਰਦੇ ਸੀ, ਜਿਨ੍ਹਾਂ ਨੇ ਇਹ ਆਸ ਲਾਈ ਬੈਠੇ ਸੀ ਵੀ ਅਸੀਂ ਹਲਕਾ ਇੰਚਾਰਜ ਬਣਾਂਗੇ, ਅਸੀਂ ਪ੍ਰਧਾਨ ਬਣਾਂਗੇ, ਅਸੀਂ ਇਲੈਕਸ਼ਨ ਲੜਾਂਗੇ, ਅਸੀਂ ਕਿਤੇ ਬਹੁਤਾ ਨਹੀਂ ਤੇ ਘੱਟੋ ਘੱਟ ਜਿਹੜੀ ਇੱਥੋਂ ਦੀ ਕਮੇਟੀ ਹੈ, ਕੌਂਸਲ ਹੈ, ਉਹਦੇ 'ਚ ਮੈਂਬਰ ਬਣਾਂਗੇ। ਉਹਨਾਂ ਸਾਰਿਆਂ ਦੇ ਉੱਤੇ ਪਾਣੀ ਫਿਰ ਗਿਆ। ਉਹ ਕਦੇ ਨਹੀਂ ਚਾਹਣਗੇ ਵੀ ਗਗਨਮਾਨ ਦੀਆਂ
ਜਿਹੜੀਆਂ ਮਤਲਬ ਬੀਟੀਆਂ ਜਾਂ ਗਗਨਮਾਨ ਨੂੰ ਕਿਤੇ ਉਹ ਸੁਣਨਗੇ ਜਾਂ ਗਗਨਮਾਨ ਨੂੰ ਕਾਮਯਾਬੀ ਬਖਸ਼ਣਗੇ ਜੀ ਬਿਲਕੁਲ ਕਿਉਂਕਿ ਇੱਥੇ ਤੇ ਪਹਿਲਾਂ ਹੀ ਆਲਰੇਡੀ ਸਾਡੇ ਜਿਹੜੇ ਸੰਧੂ ਸਾਹਿਬ ਸੀ ਜੀ ਕੰਵਰ ਸਿੰਘ ਸੰਧੂ ਜੀ ਉਹ ਐਮਐਲਏ ਸੀ ਜੀ ਬਿਲਕੁਲ ਉਹ ਕਦੇ ਵੀ ਇਲਾਕੇ 'ਚ ਨਹੀਂ ਆਏ ਆਪ ਦਾ ਪਹਿਲਾਂ ਹੀ ਜਿਹੜਾ ਉਹਨਾਂ ਨੇ ਅਕਸ਼ਾ ਇੱਥੋਂ ਖਰਾਬ ਕੀਤਾ ਹੋਇਆ ਸੀ ਉਹ ਵੱਖਰੀ ਗੱਲ ਹੈ ਵੀ ਇਹਨੇ ਇਸ ਚੀਜ਼ ਨੂੰ ਛਪਾਉਣ ਲਈ ਕੋਈ ਵੀ ਆਪਾਂ ਕਾਰਨ ਲੱਭ ਸਕਦੇ ਹਾਂ ਉਹਨਾਂ ਦੇ ਬੱਚੇ ਦੀ ਮੌਤ ਜਾਂ ਹੋਰ ਕਈ ਕਾਰਨ ਇਹੋ ਜਿਹੇ ਨੇ ਜਿਨ੍ਹਾਂ ਨਾਲ ਉਹ ਆਪਣੇ ਆਪ ਨੂੰ ਬਰੀ ਕਰ ਸਕਦਾ ਜਾਂ ਇਹ ਕਹਿ ਸਕਦਾ ਵੀ ਅਸੀਂ ਵਿਰੋਧੀ ਧਿਰ ਦੇ ਸੀ ਸਾਨੂੰ ਤੇ ਮਤਲਬ ਜਿਹੜੀ ਸਾਡੀ ਕਾਂਗਰਸ ਸਰਕਾਰ ਹੈ ਉਹਨੇ ਸਾਨੂੰ ਫੰਡ ਹੀ ਨਹੀਂ ਰਿਲੀਜ਼ ਕੀਤੇ ਜੀ ਬਿਲਕੁਲ ਉਹ ਸਾਨੂੰ ਫੰਡ ਦੇਣ ਨੂੰ ਤਿਆਰ ਹੀ ਨਹੀਂ ਸੀ ਫੰਡ ਤੇ ਉੱਥੇ ਜਾਂਦੇ ਸੀ ਜਿੱਥੇ ਉਹਨਾਂ ਦੀ ਸਰਕਾਰ ਸੀ ਤੇ ਉਹਨਾਂ ਦੇ ਬੰਦੇ ਪਹਿਲਾਂ ਹੀ ਰੌਲਾ ਪਾ ਰਹੇ ਨੇ ਸਿੱਧੂ ਵਰਗੇ ਕਿ ਦੂਜੇ ਵੀ ਸਾਡੀ ਤੇ ਆਪ ਨਹੀਂ ਸੁਣੀ ਸੋ ਇਹ ਸਿਰਫ ਲੋਕਾਂ ਨੂੰ ਮੂਰਖ ਬਣਾਉਣ ਲਈ ਤਾਂ ਅੱਖਾਂ 'ਚ ਘੱਟਾ ਪਾਉਣ ਵਾਲੀ ਗੱਲ ਹੈ ਕੰਵਰ ਸੰਧੂ ਹੋਣਾ ਨੇ ਇੱਥੇ ਕੋਈ ਕਿਸੇ ਕਿਸਮ ਦਾ ਕੰਮ ਨਹੀਂ ਕੀਤਾ ਲੋਕ ਪਹਿਲਾਂ ਹੀ ਆਪ ਤੋਂ ਜਾਂ ਆਪ ਦੇ ਪ੍ਰਬੰਧ ਤੋਂ ਦੁਖੀ ਸੀ ਇੱਕ ਨਵਾਂ ਦੁੱਖ ਜਿਹੜਾ ਉਹਨਾਂ ਨੂੰ ਇਹ ਗਗਨਮਾਨ ਇੱਥੇ ਦੇ ਕੇ ਤੇ ਉਹਨਾਂ ਬੰਦਿਆਂ ਦੇ ਜਿਹੜੇ ਮਤਲਬ ਵਰਕ ਕਰ ਰਹੇ ਸੀ ਉਹਨਾਂ ਦੇ ਉੱਤੇ ਉਹਨਾਂ ਨੂੰ ਨਿਰਾਸ਼ ਕੀਤਾ ਜੀ ਬਿਲਕੁਲ ਸੋ ਇਸੇ ਤਰ੍ਹਾਂ ਬਾਕੀ ਇਲਾਕਿਆਂ ਦੇ ਵਿੱਚ ਵੀ ਜਿੱਥੇ ਜਿੱਥੇ ਵੀ ਇਹਨਾਂ ਨੇ ਹਲਕੇ ਇੰਚਾਰਜ ਲਾਉਣੇ ਨੇ ਤਾਂ ਜਿੱਥੇ ਜਿੱਥੇ ਵੀ ਇਹਨਾਂ ਨੇ ਕੋਈ ਆਪਣਾ ਪ੍ਰਬੰਧਕ ਦੇਣਾ ਇਹ ਸੋਚ ਕੇ ਜ਼ਰੂਰ ਉੱਥੇ ਹਲਕਾ ਇੰਚਾਰਜ ਲਾਏ ਜਾਣ ਜਾਂ ਉੱਥੇ ਉਹਨਾਂ ਲੋਕਾਂ ਨੂੰ ਜਿਹੜਾ ਨੁਮਾਇੰਦਗੀ ਦਿੱਤੀ ਜਾਵੇ ਜਿਹੜੇ ਸਿਆਸੀ ਤੌਰ ਤੇ ਪਰਪੱਕ ਨੇ ਜਿਨ੍ਹਾਂ ਕੋਲੇ ਇਹਨਾਂ ਤਿੰਨਾਂ ਚੌਂ ਪਾਰਟੀਆਂ ਪੰਜਾਂ ਪਾਰਟੀਆਂ ਤੋਂ ਇਲਾਵਾ ਕੋਈ ਨਵੀਂ ਸੋਚ ਹੈ ਕੋਈ ਨਵੀਂ ਤਕਨੀਕ ਹੈ ਉਹਨਾਂ ਕੋਲ ਪੰਜਾਬ ਨੂੰ ਇਸ ਸੰਤਾਪ ਚੋਂ ਬਾਹਰ ਕੱਢਣ ਲਈ ਇਸ ਕਰਜ਼ਾ ਮੁਕਤ ਕਰਨ ਵਾਸਤੇ ਬਿਜਲੀ ਨੂੰ ਸੁਧਾਰ ਕਰਨ ਵਾਸਤੇ ਜਾਂ ਹੋਰ ਸਾਰੇ ਸਿਸਟਮ ਨੂੰ ਸੁਧਾਰ ਕਰਨ ਵਾਸਤੇ ਉਹਨਾਂ ਕੋਲ ਨਵੀਂ ਕੋਈ ਪਾਲਿਸੀ ਹੈ ਉਹਨਾਂ ਬੰਦਿਆਂ ਨੂੰ ਅੱਗੇ ਲਾਉਣਾ ਚਾਹੀਦਾ ਹੈ ਉਹਨਾਂ ਦੇ ਹੱਥਾਂ 'ਚ ਵਾਗਡੋਰ ਦੇਣੀ ਚਾਹੀਦੀ ਹੈ ਤਾਂ ਕਿ ਸੁੱਚਾ ਤੇ ਸੱਚਾ ਜਿਹੜਾ ਉਹ ਗੱਲ ਕਰਕੇ 2022 ਦੀਆਂ ਇਲੈਕਸ਼ਨਾਂ ਲਈ ਲੋਕਾਂ ਨੂੰ ਤਿਆਰ ਕਰ ਲੈਣ ਨਹੀਂ ਤਾਂ ਜਿੱਦਾਂ ਦੇ ਗਗਨਮਾਨ ਨੂੰ ਤੁਸੀਂ ਲਾਇਆ ਜਿਹਨੂੰ ਕੱਖ ਵੀ ਪਤਾ ਨਹੀਂ ਸੀ ਪਰ ਆਉਂਦਿਆਂ ਸਾਰੇ ਇਲਾਕੇ ਦੀ ਜਿਹੜੀ ਨਾਰਾਜ਼ਗੀ ਉਹਨੇ ਮੁੱਲ ਲੈ ਲਈ ਇਹ ਤੋਂ ਲੋਕੀ ਕੀ ਕਰਨਗੇ ਜੀ ਬਿਲਕੁਲ ਲੋਕੀ ਅੱਜ ਉਹਦੇ ਪੁਤਲੇ ਸਾੜ ਕੇ ਪ੍ਰਦਰਸ਼ਨ ਕਰ ਰਹੇ ਨੇ ਰੋਡਾਂ ਦੇ ਉੱਤੇ ਸੋ ਇਹ ਸਾਰਾ ਜਿਹੜਾ ਇੱਕ ਸਾਡੀ ਪਾਰਟੀ ਦੀ ਕਮਜ਼ੋਰੀ ਕਰਕੇ ਹੈ ਕਿਉਂਕਿ ਇਸ ਪਾਰਟੀ ਦੇ ਕੋਲੋਂ ਕੋਈ ਵੀ ਇਹੋ ਜਿਹੀ ਨਵੀਂ ਭਰਤੀ ਨਹੀਂ ਹੋਈ ਨਵੇਂ ਲੋਕ ਨਹੀਂ ਆਏ ਉਹ ਹੀ ਆਏ ਨੇ ਜਿਹੜੇ ਕਾਂਗਰਸ ਤੋਂ ਅਕਾਲੀਆਂ ਤੋਂ ਆਪ ਤੋਂ ਜਾਂ ਕਿਸੇ ਹੋਰ ਨਾ ਥਾਵਾਂ ਤੇ ਟੁੱਟ ਕੇ ਆਏ ਨੇ ਤੇ ਇਹਨਾਂ ਆਪਣੀ ਝੋਲੀ 'ਚ ਪਾ ਲਏ ਨੇ ਇਹ ਸੋਚ ਕੇ ਪਾ ਲਏ ਨੇ ਵੀ ਇਹ ਹੁਣ ਗੰਗਾ ਨਹਾ ਕੇ ਆ ਗਏ ਨੇ ਇਹਨਾਂ ਨੇ ਪਵਿੱਤਰ ਹੋ ਗਏ ਨੇ ਹੁਣ ਇਹਨਾਂ ਨੂੰ ਪਵਿੱਤਰਤਾ ਕਰਕੇ ਅਸੀਂ ਗੰਗਾ ਜਲ ਸੁੱਟ ਦਿੱਤਾ ਤੇ ਇਹ ਹੁਣ ਗੰਗਾ ਜਲ ਦੇ ਨਾਲ ਨਹਾ ਕੇ ਸੁੱਚੇ ਹੋ ਕੇ ਬਾਹਰ ਆ ਗਏ ਨੇ ਪਰ ਉਹਨਾਂ ਦੇ ਕਦੇ ਮਨਾਂ ਨੂੰ ਉਹਨਾਂ ਦੇ ਕੀਤੇ ਕੰਮਾਂ ਨੂੰ ਉਹ ਕਦੇ ਵੀ ਉਹ ਛੱਡ ਨਹੀਂ ਸਕਦੇ ਸੋਚ ਕਦੇ ਬੰਦੇ ਦੀ ਨਹੀਂ ਬਦਲਦੀ ਕਿੱਦਾਂ ਬਦਲਦੀ ਉਦੋਂ ਜਦੋਂ ਜਬੇ ਬਾਣ ਲਾਗੇ ਤਬੇ ਰੋਸ ਜਾਗੇ ਸੋ ਇਹ ਆਪ ਹਿੰਮਤ ਕਰਨੀ ਪੈਣੀ ਸੀ ਜਿੱਥੋਂ ਤੱਕ ਬੋਰਡਾਂ ਦੀ ਗੱਲ ਹੈ ਕੈਪਟਨ ਸਾਹਿਬ ਕੈਪਟਨ ਨੇ ਉਹ ਕਹਿੰਦੇ ਨੇ ਬੱਬਰ ਸ਼ੇਰ ਨੇ ਇਹਨਾਂ ਸ਼ੇਰਾਂ ਤੇ ਬੱਬਰ ਸ਼ੇਰਾਂ ਦੀ ਜਿਹੜੀ ਲੜਾਈ ਹੈ ਉਹਦਾ ਸੰਤਾਪ ਪੰਜਾਬ ਭੁਗਤ ਰਿਹਾ ਬਿਲਕੁਲ ਸੋ ਜਿੰਨੇ ਮਰਜ਼ੀ ਪ੍ਰਧਾਨ ਚੇਂਜ ਕਰ ਲਓ ਜਿੰਨੇ ਮਰਜ਼ੀ ਕਰ ਲਓ ਇਹ ਸਿਰਫ ਆਪਣੇ ਨਿੱਜੀ ਸਵਾਰਥ ਤੇ ਪੂਰਾ ਕਰ ਸਕਦੇ ਨੇ ਆਪਣੇ ਘਾਟੇ ਵਾਧੇ ਤੇ ਪੂਰਾ ਕਰ ਸਕਦੇ ਨੇ ਨਵੀਆਂ ਕੁਰਸੀਆਂ ਤੇ ਬਹਿ ਕੇ ਨਵੀਆਂ ਗੱਡੀਆਂ 'ਚ ਐਸ਼ੋ ਆਰਾਮ ਤਾਂ ਕਰ ਸਕਦੇ ਨੇ ਪਰ ਪੰਜਾਬ ਦਾ ਸੁਧਾਰ ਨਹੀਂ ਹੋ ਸਕਦਾ ਕਿਉਂਕਿ ਸਿੱਧੂ ਸਾਹਿਬ ਭਾਵੇਂ ਅੱਜ ਕਹਿੰਦੇ ਨੇ ਉਹ ਇਸ ਗੱਲ ਲਈ ਜਦੋਜਹਿਦ ਕਰਦੇ ਨੇ ਕਿ ਮੈਂ 3.5 ਸਾਲ ਕੈਪਟਨ ਅਮਰਿੰਦਰ ਦੇ ਹਾੜੇ ਕੱਢਦਾ ਰਿਹਾ ਤਰਲੇ ਕੱਢਦਾ ਰਿਹਾ ਕੈਪਟਨ ਅਮਰਿੰਦਰ ਸਿੰਘ ਮੈਨੂੰ ਕੋਈ ਸਮਾਂ ਨਹੀਂ ਦਿੰਦੇ ਰਹੇ ਮੈਂ ਆਪਣੀ ਜਿਹੜੀ ਗੱਲ ਹੈ ਉਹ ਸਰਕਾਰ ਤੱਕ ਪਹੁੰਚਾਉਣ ਦਾ ਪੂਰਾ ਯਤਨ ਕੀਤਾ ਜੇ ਮੈਨੂੰ ਉਹ ਮਹਿਕਮਾ ਜਿਹੜਾ ਪਹਿਲਾਂ ਸੀ ਉਤੋਂ ਕੱਢਣ ਤੋਂ ਬਾਅਦ ਬਿਜਲੀ ਡਿਪਾਰਟਮੈਂਟ ਦਿੱਤਾ ਉਹ ਡਿਪਾਰਟਮੈਂਟ ਦਿੱਤਾ ਹੀ ਇਸ ਕਰਕੇ ਸੀ ਮੈਨੂੰ ਫੇਲ ਹੋਣ ਕਰਕੇ ਤੇ ਮੈਂ ਤਾਂ ਜੁਆਇਨ ਨਹੀਂ ਕੀਤਾ ਸਿੱਧੂ ਸਾਹਿਬ ਇਹ ਗੱਲਾਂ ਕਹਿਣ ਨੂੰ ਬਹੁਤ ਵਧੀਆ ਲੱਗਦੀਆਂ ਨੇ ਪਰ ਜੇ ਤੁਹਾਨੂੰ ਕੋਈ ਸੇਵਾ ਦਾ ਹੀ ਚਾਅ ਸੀ ਜੇ ਤੁਸੀਂ ਸੇਵਾ ਹੀ ਕਰਨੀ ਚਾਹੁੰਦੇ ਸੀ ਤੇ ਸੇਵਾ ਤੇ ਮਹਾਰਾਜ ਬਿਨਾਂ ਅਹੁਦਾ ਲਿਆਂ ਬਿਨਾਂ ਤਾਕਤ ਹੱਥ ਲਿਆਂ ਵੀ ਕੀਤਾ ਜਾ ਸਕਦਾ ਇਹ ਕੋਈ ਜ਼ਰੂਰੀ ਨਹੀਂ ਵੀ ਸਾਡੇ ਹੱਥ 'ਚ ਤਾਕਤ ਹੋਵੇ ਜਾਂ ਸਭ ਕੁਝ ਆ ਜੇ ਤਾਂ ਫਿਰ ਕਿਤੇ ਲੜਾਈ ਤਾਂ ਆਪਾਂ ਜਿਹੜੀ ਅੱਜ 3.5 ਸਾਲ ਜਾਂ 4 ਸਾਲ ਬਾਅਦ ਸ਼ੁਰੂ ਕੀਤੀ ਆ ਇਹ ਲੜਾਈ 4.5 ਸਾਲ ਜਾਂ 3 ਸਾਲ ਜਦੋਂ ਤੁਸੀਂ ਮੰਤਰੀਸ਼ਿਪ ਤੋਂ ਰਿਜ਼ਾਈਨ ਕੀਤਾ ਸੀ ਉਸ ਤੋਂ ਬਾਅਦ ਵੀ ਲੜੀ ਜਾ ਸਕਦੀ ਸੀ ਤਾਂ ਕਿ ਲੋਕ ਤੁਹਾਡੀ ਇਸ ਸੋਚ ਨਾਲ ਕਿਉਂਕਿ ਤੁਸੀਂ ਪਹਿਲਾਂ ਹੀ ਆਲਰੇਡੀ ਕਾਂਗਰਸ ਤੇ ਹੈ ਨਹੀਂ ਸੀ ਤੁਸੀਂ ਪਹਿਲਾਂ ਹੀ ਭਾਜਪਾ ਚੋਂ ਆਏ ਸੀ ਤੇ ਭਾਜਪਾ ਚੋਂ ਆਏ ਬੰਦੇ ਦੀ ਸੋਚ ਇੱਕਦਮ ਕਿਵੇਂ ਬਦਲ ਗਈ ਜਿਹੜੇ ਕੱਲ ਤੱਕ ਕੈਪਟਨ ਨੂੰ ਸਾਡੇ ਦੂਜੇ ਰਾਹੁਲ ਗਾਂਧੀ ਨੂੰ ਇੰਦਰਾ ਗਾਂਧੀ ਨੂੰ ਜਾਂ ਸੋਨੀਆ ਗਾਂਧੀ ਨੂੰ ਗਾਲਾਂ ਕੱਢਦੇ ਰਹੇ ਨੇ ਅੱਜ ਉਹਨਾਂ ਨੂੰ ਮਿਲਣ ਵੀ ਜਾ ਰਹੇ ਨੇ ਉਹ ਅੱਜ ਤੁਹਾਡੇ ਖਾਸਮ ਖਾਸ ਨੇ ਅੱਜ ਤੁਹਾਡੇ ਲਈ ਮੋਦੀ ਜਾਂ ਦੂਜਾ ਜਿਹੜਾ ਆਪ ਹੈ ਜਿਹੜਾ ਦੂਜੇ ਆਪ ਵਾਲੇ ਵੀ ਤੇ ਤੀਸਰੇ ਜਿਹੜੇ ਭਾਜਪਾ ਵਾਲੇ ਵੀ ਉਹ ਤੁਹਾਡੇ ਦੁਸ਼ਮਣ ਬਣੇ ਪਏ ਨੇ ਇਹ ਦੁਸ਼ਮਣੀ ਤੇ ਦੋਸਤੀ ਇਹ ਪਤਾ ਨਹੀਂ ਕਿਹੜੇ ਵੇਲੇ
ਕਿਹੜੇ ਦੋਸਤ ਨੇ ਤੁਹਾਡਾ ਦੋਸਤ ਬਣ ਜਾਣਾ ਤੇ ਕਿਹੜਾ ਦੁਸ਼ਮਣ ਬਣ ਜਾਣਾ, ਇਹ ਰਾਜਨੀਤਿਕ ਲੋਕਾਂ ਦੀ ਜਿਹੜੀ ਆ ਕਮਜ਼ੋਰੀ ਹੈ। ਉਹ ਲੋਕਾਂ ਦੇ ਹਿੱਤ ਨੂੰ ਪਰੇ ਕਰਕੇ ਨਿੱਜੀ ਆਪਣੇ ਹਿੱਤਾਂ ਦੀ ਯਾਰੀ ਪਾਉਂਦੇ ਨੇ। ਜਿਹੜੇ ਕੱਲ ਯਾਰ ਸੀ ਅੱਜ ਉਹ ਦੁਸ਼ਮਣ ਬਣ ਗਏ ਨੇ, ਜਿਹੜੇ ਕੱਲ ਦੁਸ਼ਮਣ ਸੀ ਉਹ ਅੱਜ ਯਾਰ ਬਣ ਗਏ ਨੇ। ਸੋ ਇਹ ਜਿਹੜਾ ਸਿਸਟਮ ਹੈ ਨਾ, ਇਹ ਬਿਲਕੁਲ ਜਿਹੜਾ ਚੋਣਾਂ ਨੂੰ ਮੱਦੇ ਨਜ਼ਰ ਰੱਖਦਿਆਂ ਲੋਕਾਂ ਦੇ ਜਿਹੜੇ ਧਿਆਨ ਹੈ ਇਹਨਾਂ ਮੁੱਖ ਮੁੱਦਿਆਂ ਤੋਂ ਹਟਾ ਕੇ ਇਹ ਆਪਣੇ ਵੱਲ ਨੂੰ ਕ੍ਰੇਡਿਟ ਕਰ ਰਹੇ ਨੇ, ਨਵੇਂ ਮੁੱਦੇ ਦੇ ਰਹੇ ਨੇ। ਇਹਨਾਂ ਦਾ ਕੋਈ ਧਿਆਨ ਨਹੀਂ ਇੰਡਸਟਰੀ ਕਿੱਧਰ ਜਾ ਰਹੀ ਹੈ, ਇੰਡਸਟਰੀ ਬੰਦ ਹੋ ਰਹੀ ਹੈ, ਬਿਜਲੀ ਦਾ ਮੰਦਾ ਹਾਲ ਹੈ, ਹਸਪਤਾਲਾਂ ਦੀ ਹਾਲਤ ਮਾੜੀ ਹੈ, ਸਿਹਤ ਸੇਵਾਵਾਂ ਇੰਨੀਆਂ ਗਰਕ ਗਈਆਂ, ਇੰਨੀਆਂ ਡਿੱਗ ਗਈਆਂ ਕਿ ਲੋਕ ਪ੍ਰਾਈਵੇਟ ਹਸਪਤਾਲ ਜਾ ਕੇ ਆਪਣੀ ਛਿੱਲ ਲਵਾ ਰਹੇ ਨੇ ਤੇ ਸਾਡੇ ਮੰਤਰੀ ਜਿਹੜੇ ਨੇ ਇੱਥੇ ਗ੍ਰਾਂਟਾਂ ਵੰਡ ਰਹੇ ਨੇ, ਸਿਹਤ ਮੰਤਰੀ ਸਾਹਿਬ। ਸੋ ਇਹ ਜਿਹੜਾ ਸਾਰਾ ਸਿਸਟਮ ਹੈ, ਜੇ ਆਪਾਂ ਦੂਜੇ ਪਾਸੇ ਵੇਖ ਲਈਏ ਅਕਾਲੀ ਦਲ ਦੀ 10 ਸਾਲ ਸਰਕਾਰ ਵੇਖੀ, ਬਹੁਤਾ ਸਮਾਂ ਤੇ ਪੰਜਾਬ 'ਚ ਅਕਾਲੀਆਂ ਨੇ ਵੀ ਰਾਜ ਕੀਤਾ, ਇਹਦੇ 'ਚ ਕੋਈ ਸ਼ੱਕ ਨਹੀਂ। ਪਰ ਉਹਨਾਂ ਦੇ ਰਾਜ 'ਚ ਜਿਹੜੀ ਇਹ ਮਾਫੀਆ ਸੀ, ਰੇਤ ਮਾਫੀਆ, ਸ਼ਰਾਬ ਮਾਫੀਆ, ਟਰਾਂਸਪੋਰਟ, ਇਹ ਇੰਨੇ ਬੁਰੀ ਤਰ੍ਹਾਂ ਵੱਧ ਚੁੱਕੀ ਸੀ, ਇਸ ਜੰਜਾਲ 'ਚੋਂ ਉਹ 10 ਸਾਲ ਉਹ ਨਹੀਂ ਨਿਕਲ ਸਕੇ। ਤੇ ਉਸੇ ਨੂੰ ਹੀ ਸਾਡੀ ਕਾਂਗਰਸ ਨੇ ਆਧਾਰ ਬਣਾ ਕੇ 2017 ਦੀਆਂ ਇਲੈਕਸ਼ਨਾਂ ਲੜੀਆਂ ਸੀ। ਉਹਨਾਂ 'ਚ ਇੱਕ ਵੀ ਵਾਅਦਾ ਜਿਹੜੀ ਉਹ ਕਹਿ ਕੇ ਉਹ ਪੂਰਾ ਨਹੀਂ ਹੋਇਆ, ਪੂਰਾ ਨਹੀਂ ਕੀਤਾ ਗਿਆ। ਲੋਕ ਉਹਨਾਂ ਦਾ 10 ਸਾਲ ਤੇ ਆ ਨਵਾਂ 5 ਸਾਲ, ਇਹ ਤੇ ਯਾਦ ਰੱਖਣ ਵਾਲਾ ਨਾ, ਇਹਦੇ 'ਚ ਉਹਨਾਂ ਨੇ ਕੋਈ ਸੁਧਾਰ ਕੀਤਾ ਨਹੀਂ। ਸੋ ਉਹਦਾ ਸੰਤਾਪ ਅੱਜ ਜਿਵੇਂ 2017 'ਚ ਅਕਾਲੀ ਦਲ ਨੇ ਇਹ ਸੰਤਾਪ ਹੰਡਾਇਆ ਸੀ, ਜਵਾਬ ਦੇ ਨਹੀਂ ਸੀ, ਇਸੇ ਤਰ੍ਹਾਂ ਹੀ ਹੁਣ ਕਾਂਗਰਸ ਜਿਹੜੀ ਆ ਲੋਕਾਂ 'ਚ ਜਾ ਕੇ ਉਹ ਜਵਾਬ ਨਹੀਂ ਦੇ ਸਕਦੀ। ਸੋ ਇਹ ਗੱਲਾਂ ਜਿਹੜੀਆਂ ਬਹੁਤ ਮਾਇਨੇ ਰੱਖਦੀਆਂ। ਇਹ ਵੱਖਰੀ ਗੱਲ ਹੈ ਅਕਾਲੀ ਦਲ ਅੱਜ ਕਹੀ ਜਾਵੇ ਵੀ ਅਸੀਂ ਜਿਹੜਾ ਉਹ 400 ਯੂਨਿਟ ਮਾਫ ਕਰ ਦਿਆਂਗੇ, 24 ਘੰਟੇ ਬਿਜਲੀ ਦੇ ਦਿਆਂਗੇ, ਜਾਂ ਇੱਕ ਦਲਿਤ ਤੇ ਇੱਕ ਹਿੰਦੂ ਮੁੱਖ ਮੰਤਰੀ ਲਾ ਦਿਆਂਗੇ, ਇਹਦੇ ਨਾਲ ਪੰਜਾਬ ਦੇ ਦੁੱਖਾਂ ਦਾ ਜਿਹੜਾ ਅੰਤ ਨਹੀਂ ਹੋਣਾ। ਪੰਜਾਬ ਦੇ ਅੰਦਰ ਜਿਹੜੀ ਦੁਨੀਆ ਅੱਜ ਨਿੱਘਰ ਰਹੀ ਆ, ਖੁਰਦਾ ਜਾ ਰਿਹਾ ਪੰਜਾਬ, ਇਹ ਖਤਮ ਹੁੰਦਾ ਜਾ ਰਿਹਾ, ਇਹਨੂੰ ਬਚਾਓ, ਇਹਨੂੰ ਬਚਾਉਣ ਦੀ ਲੋੜ ਆ, ਨਹੀਂ ਤੇ ਕੱਲ ਤੱਕ ਇਹ ਜਿਹੜਾ ਪੰਜਾਬ ਆ ਉਹ ਖੁਰ ਜਾਏਗਾ। ਸੋ ਇਸ ਕਰਕੇ ਇਹ ਜ਼ਰੂਰੀ ਹੈ ਆਉਣ ਵਾਲੀ 2022 ਦੀਆਂ ਇਲੈਕਸ਼ਨਾਂ ਨੂੰ ਮੱਦੇ ਰੱਖਦਿਆਂ ਹੋਇਆਂ ਇਹ ਸਾਰੇ ਜਿਹੜੇ ਪਖੰਡੀ ਨੇ ਆਪੋ ਆਪਣੀਆਂ ਡੁਗੜੀਆਂ ਲੈ ਕੇ ਤੁਹਾਡੇ ਡੇਰਿਆਂ ਤੇ ਆ ਰਹੇ ਨੇ। ਤੁਸੀਂ ਇਹਨਾਂ ਡੁਗੜੀਆਂ ਨੂੰ ਸੁਣਨਾ ਤੇ ਸੁਣ ਕੇ ਇਹਨਾਂ ਨੂੰ ਭਜਾਉਣਾ, ਆਪਣਾ ਏਕਾ ਕਾਇਮ ਰੱਖਣਾ, ਲੜਾਈ ਲੜਨੀ ਹੈ, ਇਕੱਠੇ ਹੋ ਕੇ ਇੱਕ ਸਮੂਹ ਬਣਾ ਕੇ ਇਹਨਾਂ ਤੋਂ ਜਵਾਬ ਮੰਗਣਾ, ਜਵਾਬ ਮੰਗ ਕੇ ਇੱਕ ਅੱਛੀ ਜਿਹੜੀ ਸੋਚ ਵਾਲੇ ਲੋਕਾਂ ਨੂੰ ਆਪਣੇ ਗੱਲ ਨਾਲ ਲਾਉਣਾ, ਤਾਂ ਕਿ ਆਉਣ ਵਾਲਾ ਜਿਹੜਾ ਭਵਿੱਖ ਹੈ ਉਹ ਸਾਡਾ ਨੌਜਵਾਨ ਬੰਦਿਆਂ ਦਾ ਜਿਹੜਾ ਭਵਿੱਖ ਹੈ, ਆਪਣੀ ਨਵੀਂ ਪੀੜ੍ਹੀ ਦਾ ਭਵਿੱਖ ਸੁਰੱਖਿਅਤ ਤਾਂ ਰਹਿ ਸਕਦਾ ਜੇ ਇੱਕ ਚੰਗੀ ਸੋਚ, ਚੰਗੀ ਸਮਝ ਤੇ ਉਹ ਵਧੀਆ ਜਿਹੜਾ ਪੰਜਾਬ ਨੂੰ ਕੋਈ ਚੰਗੀ ਸੋਚ ਦੇਵੇ। ਇਹ ਨਾ ਵੀ ਸਾਨੂੰ ਮੁਕਤ ਖੋਰੇ ਬਣਾ ਦਿਓ, ਅਸੀਂ ਮੁਕਤ ਨਹੀਂ ਬਣਨਾ। ਅਸੀਂ ਚਾਹੁੰਦੇ ਹਾਂ ਇੱਥੇ ਇੰਡਸਟਰੀ ਚਾਹੁੰਦੇ ਹਾਂ, ਰੁਜ਼ਗਾਰ ਚਾਹੁੰਦੇ ਹਾਂ, ਚੰਗਾ ਸਿਸਟਮ ਚਾਹੁੰਦੇ ਹਾਂ। ਸੋ ਇਹ ਸਿਸਟਮ ਜਿਹੜਾ ਉਹ ਸਾਨੂੰ ਦੇਣ ਲਈ ਜਿਹੜੀ ਵੀ ਪਾਰਟੀ ਅੱਗੇ ਆਏਗੀ ਅਸੀਂ ਉਹਦਾ ਸਤਿਕਾਰ ਕਰਾਂਗੇ। ਇਹ ਸਾਡਾ ਪੰਜਾਬੀਆਂ ਦਾ ਇੱਕ ਸੁਨੇਹਾ ਮੰਨ ਕੇ ਇਹਨੂੰ ਤੁਸੀਂ ਰੱਖਣਾ। ਸੋ ਇਹ ਨਾਲ ਹੀ ਸਮਾਂ ਹੁਣ ਇਜਾਜ਼ਤ ਨਹੀਂ ਦਿੰਦਾ, ਸੋ ਇਸ਼ਾਰਾ ਹੋ ਗਿਆ। ਸੋ ਸਾਡੇ ਵਿਚਾਰ ਤੁਹਾਨੂੰ ਕਿੱਦਾਂ ਦੇ ਲੱਗਦੇ ਨੇ, ਆਪਣੇ ਵਿਚਾਰ ਸਾਨੂੰ ਜ਼ਰੂਰ ਲਿਖ ਕੇ ਭੇਜਿਆ ਕਰੋ, ਸਾਨੂੰ SMS ਕਰ ਦਿਆ ਕਰੋ, ਜਾਂ ਹੋਰ ਸਾਡੇ ਜਿਹੜੇ ਚੈਨਲ ਦੇ ਨੰਬਰ ਹੈ ਫਲੈਸ਼ ਹੋਏ ਨੇ ਇਹਦੇ ਉੱਤੇ ਸਾਨੂੰ ਫੋਨ ਕਰਕੇ ਸਾਨੂੰ ਫੋਨ ਮੈਸੇਜ ਕਰੋ, ਤਾਂ ਕਿ ਅਸੀਂ ਸਾਨੂੰ ਹੋਰ ਹੌਸਲਾ ਮਿਲੇ। ਸਾਡੀਆਂ ਗਲਤੀਆਂ ਜੇ ਅਸੀਂ ਕਰਦੇ ਹਾਂ ਤੇ ਸਾਨੂੰ ਗਲਤੀਆਂ ਨੂੰ ਸੁਧਾਰਨ ਲਈ ਤੁਸੀਂ ਆਪਣੇ ਸੁਝਾਅ ਦੇਣੇ। ਸੋ ਫਿਰ ਕੱਲ ਇਸੇ ਟਾਈਮ ਤੇ ਇਸੇ ਚੈਨਲ ਤੇ ਮੈਂ ਤੇ ਹਰਪ੍ਰੀਤ ਜੀ ਫਿਰ ਮਿਲਾਂਗੇ। ਸੋ ਉਦੋਂ ਤੱਕ ਮੈਨੂੰ ਤੇ ਹਰਪ੍ਰੀਤ ਜੀ ਨੂੰ ਦਿਓ ਇਜਾਜ਼ਤ। ਰੱਬ ਰਾਖਾ।